कि ग्राम सभा ਜਾਂ ਪਿੰਡ ਦੇ ਲੋਕ ਬੋਰਡ ਲਗਾ ਸਕਦੇ ਨੇ ਵੀ ਦੇਸ਼ ਦਾ ਕੋਈ ਵੀ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਸਾਡੇ ਪਿੰਡ ਵਿੱਚ ਨਾ ਆਵੇ? ਇਹ ਗ੍ਰਾਮ ਸਭਾ ਵਿੱਚ ਮਤਾ ਪਾਇਆ ਜਾ ਸਕਦਾ? ਉਹਨਾਂ ਨੇ ਲਾਇਆ ਕਿ ਅਸੀਂ ਭਾਰਤ ਦੇ ਅਸਲ ਵਾਸੀ ਹਾਂ, ਮਾਲਕ ਹਾਂ। ਅਸੀਂ ਕਿਸੇ ਰਾਸ਼ਟਰਪਤੀ ਨੂੰ ਨਹੀਂ ਜਾਣਦੇ, ਕਿਸੇ ਲੋਕ ਸਭਾ ਨੂੰ ਨਹੀਂ ਜਾਣਦੇ, ਕਿਸੇ ਵਿਧਾਨ ਸਭਾ ਨੂੰ ਨਹੀਂ ਜਾਣਦੇ, ਕਿਸੇ ਵੀ ਕਰਮਚਾਰੀ ਨੂੰ ਸਾਡੀ ਇਜਾਜ਼ਤ ਤੋਂ ਬਿਨਾਂ ਸਾਡੇ ਇਲਾਕੇ 'ਚ ਵੜਨ ਦੀ ਇਜਾਜ਼ਤ ਨਹੀਂ ਦੇਵਾਂਗੇ। ਔਰ ਜਿਹੜਾ ਵੜੇਗਾ ਉਹ ਆਪ ਜ਼ਿੰਮੇਵਾਰ ਹੋਏਗਾ ਆਪਣੀ ਕਿਸੇ ਵੀ ਹੋਣੇ ਦਾ। ਸਰਕਾਰ ਐ ਨਹੀਂ ਚੱਲੇਗੀ ਕਿ ਹਰ ਜ਼ਿਲ੍ਹੇ 'ਚ ਚੀਫ ਮਿਨਿਸਟਰ ਦਾ ਦਫ਼ਤਰ ਹੋਏਗਾ, ਕੱਲ੍ਹ ਨੂੰ ਤਹਿਸੀਲ 'ਚ ਚੀਫ ਮਿਨਿਸਟਰ ਦਾ ਦਫ਼ਤਰ ਹੋਏਗਾ। ਐਂ ਥੋੜ੍ਹੀ ਪਿੰਡਾਂ 'ਚ ਚੱਲਣੀ ਹੈ। ਪਿੰਡਾਂ 'ਚੋਂ ਚੱਲਣੀ ਹੈ ਕਿ ਪਿੰਡਾਂ ਕੋਲੋਂ ਹੱਕ ਹੋਵੇ ਆਪਣੇ ਫੈਸਲੇ ਕਰਨ ਦਾ, ਆਪਣੇ ਤਰੀਕੇ ਦਾ। ਦਿੱਲੀ ਨੂੰ ਕੀ ਪਤਾ ਪੰਜਾਬ ਨੂੰ ਕੀ ਚਾਹੀਦਾ? ਸਾਡਾ ਸੱਭਿਆਚਾਰ ਅਲੱਗ ਹੈ, ਸਾਡੀ ਬੋਲੀ ਅਲੱਗ ਹੈ, ਸਾਡਾ ਖਿੱਤਾ, ਸਾਡਾ ਪਿਛੋਕੜ, ਸਾਡਾ ਸਾਰਾ ਵਿਰਸਾ ਤੇ ਸਭ ਕੁਝ ਅਲੱਗ ਹੈ ਤੇ ਸਾਨੂੰ ਆਪਣੇ ਫੈਸਲੇ ਕਰਨ ਦਾ ਆਪ ਹੱਕ ਹੋਣਾ ਚਾਹੀਦਾ। ਕੀ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਗ੍ਰਾਮ ਸਭਾ ਦੀ ਕੀ ਤਾਕਤ ਹੁੰਦੀ ਹੈ, ਪੰਚਾਇਤ ਦੀ ਕੀ ਤਾਕਤ ਹੈ? ਔਰ ਇਹ ਕਾਨੂੰਨ ਇਹ ਕਹਿੰਦਾ ਜਿਹੜਾ 1994 ਦਾ ਪੰਚਾਇਤੀ ਰਾਜ ਕਾਨੂੰਨ ਹੈ ਕਿ ਇਹ ਦੋਨੋਂ ਇਜਲਾਸ ਜੂਨ ਤੇ ਦਸੰਬਰ ਦੇ ਜਿਹੜਾ ਵੀ ਸਰਪੰਚ ਨਹੀਂ ਕਰਾਉਂਦਾ ਉਹ ਆਪਣੇ ਆਪ ਸਸਪੈਂਡ ਹੋ ਜਾਂਦਾ। ਹੁਣ ਲੋਕ ਆਪਣੇ ਆਪ ਆਪੋ ਆਪਣੇ ਪਿੰਡਾਂ 'ਚ ਨਜ਼ਰ ਮਾਰ ਕੇ ਦੇਖ ਲੈਣ ਕਿ ਗ੍ਰਾਮ ਸਭਾ ਹੁੰਦੀ ਹੈ ਜਾਂ ਸਰਪੰਚ ਸਸਪੈਂਡ ਕਦੇ ਹੋਇਆ ਇਸ ਕਰਕੇ ਕਿ ਉਹਨੇ ਗ੍ਰਾਮ ਸਭਾ ਨਹੀਂ ਕਰਾਈ, ਹੋਇਆ ਕਿਤੇ, ਜਾਂ ਫਿਰ ਮੇਰੇ ਨੋਟਿਸ 'ਚ ਕੋਈ ਨਹੀਂ ਹੈ ਕਿ ਇਸ ਕਰਕੇ ਹੋਇਆ। ਜਾਂ ਲੋਕਾਂ ਨੂੰ ਪਤਾ ਵੀ ਸਾਡੇ ਰਾਈਟ ਕੀ ਨੇ ਗ੍ਰਾਮ ਸਭਾ? ਸਿਆਸੀ ਰੰਜਸ ਕਰਕੇ ਜ਼ਰੂਰ ਹੋ ਜਾਂਦੇ ਨੇ। ਉਹ ਕਹਿੰਦਾ ਵੀ ਮੇਰਾ ਸਰਪੰਚ ਨਹੀਂ, ਜਿਹਦੀ ਸਰਕਾਰ ਆ ਜਾਂਦੀ ਹੈ ਉਹ ਆਪਣੇ ਪੱਖ ਦੇ ਲਾਉਣਾ ਚਾਹੁੰਦਾ। ਸਸਪੈਂਡ ਹੋ ਸਕਦਾ ਸਰਪੰਚ ਜੇ 2 ਗ੍ਰਾਮ ਸਭਾ ਸਾਲ ਵਿੱਚ ਨਾ ਬੁਲਾਇਆ ਤਾਂ ਆਟੋਮੈਟਿਕ ਸਸਪੈਂਡ ਹੋ ਨਹੀਂ ਸਕਦਾ। ਇਹ ਲੋਕਾਂ ਨੂੰ ਪਤਾ ਨਹੀਂ। ਉਹ ਹੈਗਾ ਲੋਕਾਂ ਨੂੰ ਕਿੰਨਾ ਕੁ ਪਤਾ ਨਹੀਂ, ਕੁਝ ਨੂੰ ਪਤਾ ਉਹ ਥੋੜੇ ਬਹੁਤਿਆਂ ਨੂੰ, ਬਾਕੀ ਨੂੰ ਨਹੀਂ ਪਤਾ ਮੇਰੇ ਖਿਆਲ ਹੈ। ਔਰ ਇਹ ਅਫਸਰ ਦੀ ਜ਼ਿੰਮੇਵਾਰੀ ਹੈ। BDPO ਜਿਹੜਾ ਹੁੰਦਾ ਉਹਨੇ ਉੱਪਰ ਸੂਚਨਾ ਭੇਜਣੀ ਹੈ ਕਿ ਇਸ ਪਿੰਡ ਦੇ ਵਿੱਚ ਇਜਲਾਸ ਨਹੀਂ ਹੋਇਆ, ਇਸ ਕਰਕੇ ਸਰਪੰਚ ਸਸਪੈਂਡ ਹੈ। ਉਹ ਕੀ ਕਰਦੇ ਨੇ ਕਿ ਗ੍ਰਾਮ ਸਭਾ ਕਾਗਜ਼ਾਂ 'ਚ ਬੁਲਾ ਲੈਂਦੇ ਨੇ, ਲੋਕਾਂ ਨੂੰ ਦੱਸਦੇ ਨਹੀਂ, ਜਾਣ ਦੁਆਲੇ ਕੋਈ ਹੋਕਾ ਨਹੀਂ, ਕੋਈ ਲੋਕਾਂ ਦੀ ਗੱਲ ਨਹੀਂ, ਨਾ ਉਹਨਾਂ ਦਾ ਏਜੰਡਾ। ਉਹ ਘਰ ਬੈਠ ਕੇ ਇੱਕ ਮਤਾ ਪੈ ਜਾਂਦਾ ਕਿ ਅਸੀਂ ਗ੍ਰਾਮ ਸਭਾ ਬਣਾ ਰਹੇ ਹਾਂ। ਗ੍ਰਾਮ ਸਭਾ ਦੇ ਵਿੱਚ ਮਰੇ ਹੋਏ ਬੰਦਿਆਂ ਦੇ ਵੀ ਅੰਗੂਠੇ ਲੱਗੇ ਦਿਖਾਈ ਦਿੱਤੇ ਵੀ ਉਹ ਇਹਨੂੰ ਦੇਖ ਨੂੰ ਬੰਦੇ ਨੂੰ 3-3 ਸਾਲ ਹੋ ਜਾਂਦੇ ਨੇ ਕਈ ਵਾਰ ਮਰੇ ਨੂੰ, ਹੈ ਨਾ, ਕਿਉਂਕਿ ਜਾਲੀ ਕਰਨਾ ਹੁੰਦਾ ਬੰਦੇ ਨੂੰ। ਪਿੰਡ 'ਚ ਪਤਾ ਹੀ ਨਹੀਂ ਵੀ ਉਹ ਵੀ ਹੈ ਕਿ ਨਹੀਂ, ਚਲ ਅੰਗੂਠਾ ਲਾ ਲਓ। ਕਿਉਂਕਿ ਪੰਚਾਇਤਾਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਪਾਰਟੀਆਂ ਦੀਆਂ ਹੋ ਗਈਆਂ, ਧੜਿਆਂ ਦੀਆਂ ਹੋ ਗਈਆਂ, ਪਿੰਡ ਦੀਆਂ ਨਹੀਂ ਰਹੀਆਂ। ਪੰਚਾਇਤ ਹੁਣ ਅਸੀਂ ਪਿੰਡ ਦੀ ਬਣਾਉਂਦੇ ਹੀ ਨਹੀਂ, ਹੁਣ ਉਹ ਧੜੇ ਦੀ ਬਣਦੀ ਹੈ ਜਾਂ ਸੱਤਾਧਾਰੀ ਪਾਰਟੀ ਦੀ ਬਣਦੀ ਹੈ, ਨੇੜੇ ਤੇੜੇ ਹੋਰ ਕਿਸੇ ਦੀ ਘੱਟ ਬਣਦੀ ਹੈ। ਔਰ ਜਦੋਂ ਧੜੇ ਦੀ ਬਣਦੀ ਹੈ ਉਹ ਕਹਿੰਦਾ ਉਹਨੇ ਮੈਨੂੰ ਵੋਟ ਪਾਈ ਸੀ ਕਿ ਨਹੀਂ, ਇਹਦੀ ਪੈਨਸ਼ਨ ਲੱਗਣੀ ਚਾਹੀਦੀ ਹੈ, ਉਹ ਕਹਿੰਦਾ ਨਹੀਂ ਲੱਗਣੀ ਚਾਹੀਦੀ ਤਾਂ ਕੱਟ ਦਿਓ। ਜੇ ਸਰਪੰਚ ਨਾ ਬੁਲਾਵੇ, ਇਹੀ ਡਾਇਰੈਕਟ ਡੈਮੋਕ੍ਰੇਸੀ ਹੈ, ਸਿੱਧੀ ਜਮਹੂਰੀਅਤ ਹੈ। 20% ਬੰਦੇ ਲੋਕਾਂ ਦੇ, ਵੋਟਰਾਂ ਦੇ ਆਪ ਦਸਤਖਤ ਕਰਕੇ BDO ਨੂੰ ਦਿੰਦੇ ਨੇ। 1 ਮਹੀਨੇ ਦੇ ਅੰਦਰ ਅੰਦਰ BDO ਨੂੰ ਇਜਲਾਸ ਬੁਲਾਉਣਾ ਪੈਂਦਾ। ਉੱਥੇ ਉਸ ਦੇ ਵਿੱਚ ਕੀਤੇ ਗਏ ਫੈਸਲੇ ਵੀ ਪੰਚਾਇਤ ਲਈ ਪਾਬੰਦੀ ਹੁੰਦੀ ਹੈ ਕਿ ਉਹਨਾਂ ਨੂੰ ਮੰਨੇ। ਉਹ ਸਰਪੰਚ ਹੋਏ ਚਾਹੇ ਨਾ, ਸਰਪੰਚ ਨਾ ਹੋਵੇ ਤਾਂ ਜਿਹੜਾ ਵੀ ਉੱਥੇ ਪੰਚ ਬੈਠਾ ਹੋਊ ਉਹਨੂੰ ਉਸ ਦਿਨ ਦਾ ਪ੍ਰਧਾਨ ਬਣਾ ਦੇਣਗੇ। ਉਹਦੀ ਪ੍ਰਧਾਨਗੀ ਦੇ ਵਿੱਚ ਵੀ ਜਿਹੜਾ ਫੈਸਲਾ ਹੋਊਗਾ। ਇਹ ਪਿੰਡ ਦੇ ਲੋਕਾਂ ਦੀ ਤਾਕਤ ਹੈ, ਪਿੰਡ ਦੇ ਲੋਕਾਂ ਦੀ ਤਾਕਤ ਹੈ। ਮਤਲਬ ਲੋਕਾਂ ਨੂੰ ਦੱਸਿਆ ਨਹੀਂ ਗਿਆ, ਪੰਚਾਇਤ ਤੋਂ ਮਤਾ ਪਵਾ ਲਿਆ ਸੀ, ਪੰਚਾਇਤ ਨੇ ਮਤਾ ਪਾਇਆ, 2 ਪਿੰਡ ਬਣ ਗਏ। ਔਰ ਡਾਇਰੈਕਟਰ ਤੋਂ ਵੀ ਨੋਟੀਫਿਕੇਸ਼ਨ ਹੋ ਗਿਆ। 2 ਪਿੰਡਾਂ ਦੀਆਂ ਚੋਣਾਂ ਹੋਣੀਆਂ ਸੀ, ਪਰ ਜਦ ਲੋਕਾਂ ਨੂੰ ਪਤਾ ਲੱਗਿਆ ਗਲਤ ਹੈ ਤਾਂ ਗ੍ਰਾਮ ਸਭਾ ਬੈਠੀ। ਗ੍ਰਾਮ ਸਭਾ ਨੇ ਪੰਚਾਇਤ ਦਾ ਮਤਾ ਰੱਦ ਕੀਤਾ, ਡਾਇਰੈਕਟਰ ਦਾ ਮਤਾ ਰੱਦ ਕੀਤਾ ਤੇ ਉਸ ਤੋਂ ਬਾਅਦ ਕਿਹਾ ਕਿ ਸਾਡਾ ਪਿੰਡ ਅਸੀਂ ਇੱਕੋ ਰੱਖਣਾ ਚਾਹੁੰਦੇ ਹਾਂ। ਮਾਮਲਾ ਹਾਈ ਕੋਰਟ ਤੱਕ ਜਾਂਦਾ। ਹਾਈ ਕੋਰਟ ਤੱਕ ਜਾ ਕੇ ਮੁੜ ਕੇ ਦੋਨਾਂ ਪਿੰਡਾਂ ਦਾ ਇੱਕ ਪਿੰਡ ਬਣਦਾ, ਹਸਤਾ ਕਲਾਂ ਪਿੰਡ ਹੈ। ਪਿੰਡ ਵਿੱਚ ਕੋਈ ਵੀ ਜ਼ਮੀਨ ਵਿਕਦੀ ਹੈ ਜਾਂ ਕੁਝ ਵੀ ਪੰਚਾਇਤ ਵਿੱਚੋਂ ਪੈਸੇ ਮਿਲਦੇ ਨੇ, ਉਹ ਸਰਕਾਰ ਦਾ ਕੋਈ ਹੱਕ ਨਹੀਂ, ਪਿੰਡ ਦੇ ਲੋਕਾਂ ਦਾ ਹੀ ਹੱਕ ਹੁੰਦਾ, ਪੰਚਾਇਤ ਦਾ ਹੱਕ ਹੈ। ਬਿਲਕੁਲ, ਸਰਕਾਰ ਦਾ ਕੋਈ ਹੱਕ ਨਹੀਂ। ਜ਼ਮੀਨ ਪਿੰਡ ਦੀ ਹੈ, ਲੈਂਡ ਬਿਲੋਂਗਸ ਟੂ ਗ੍ਰਾਮ ਸਭਾ, ਗ੍ਰਾਮ ਸਭਾ ਦੀ ਜ਼ਮੀਨ ਹੈ। ਇਹ ਤਾਂ ਕਈ ਵਾਰ ਕੀ ਕਰਦੇ ਨੇ, ਪੰਚਾਇਤਾਂ ਨੂੰ ਜਾਂ ਦਬਕਾ ਮਾਰ ਕੇ ਡਰਾ ਕੇ ਜਾਂ ਵਿੱਚੋਂ ਲਾਲਚ ਵਿੱਚੋਂ ਹਿੱਸਾ ਦੇ ਦਿੰਦੇ ਨੇ ਵੀ ਸਰਪੰਚ ਨੂੰ ਕਹਿੰਦਾ 10 ਲੱਖ ਤੈਨੂੰ ਦੇ ਦਿੰਦੇ ਆ, 50 ਲੱਖ ਦੇ ਦਿੰਦੇ ਆ, ਕਿਸੇ ਲੱਖ ਰੁਪਇਆ ਮੈਂਬਰਾਂ ਨੂੰ ਦੇ ਦਿਓ। ਜਿਹੜੀ ਜ਼ਮੀਨ ਹੈ ਜਾਂ ਜਿਹੜੀਆਂ ਵੱਡੀਆਂ ਸਲਤਨਤਾਂ ਨੇ ਦੇਸ਼ ਦੀ, ਉਹ ਦੇਸ਼ ਦੇ ਲੋਕਾਂ ਦੀ ਹੈ, ਕਿਸੇ ਇੱਕ ਬੰਦੇ ਦੀ ਨਹੀਂ ਹੈ, ਇੱਕ ਸਰਕਾਰ ਨੂੰ ਨਹੀਂ ਨੇ ਗਾਰੰਟੀ ਦਿੱਤੀ। ਇਸੇ ਤਰ੍ਹਾਂ ਪਿੰਡ ਦੀ ਜਿਹੜੀ ਟੋਟਲ ਜ਼ਮੀਨ ਆ ਉਹ ਪਿੰਡ ਦੇ ਲੋਕਾਂ ਦੀ ਹੈ। ਇੱਕ ਪੰਚਾਇਤ ਨੂੰ ਕਿਹਨੇ ਹੱਕ ਦਿੱਤਾ ਕਿ ਉਹ ਜਿਹਨੂੰ ਮਰਜ਼ੀ ਜਦ ਮਰਜ਼ੀ ਵੇਚ ਦੇ? ਸਰਪੰਚ ਤੋਂ ਵੀ ਅੱਗੇ ਵੱਧ ਕੇ ਸਰਪੰਚ ਪਤੀ ਰਾਜ ਹੈ। ਜਿਹੜੀ ਔਰਤ ਚੁਣੀ ਜਾਂਦੀ ਹੈ ਉਹਦਾ ਪਤੀ ਕਰਦਾ ਸਰਪੰਚੀ, ਔਰਤ ਨੂੰ ਹੱਕ ਨਹੀਂ ਹੈ। ਇਸ ਲਈ ਜੇ ਡੈਮੋਕ੍ਰੇਸੀ ਉਧਰ ਨੂੰ ਜਾਣੀ ਹੈ, ਤੁਸੀਂ ਦੱਸੋ ਕੋਈ ਕੁੜੀ ਟੀਚਰ ਲੱਗ ਗਈ, ਉਹਦੀ ਜਗ੍ਹਾ ਪੜ੍ਹਾਉਣ ਉਹਦਾ ਪਤੀ ਜਾ ਸਕਦਾ? ਕੋਈ SDM ਲੱਗ ਗਈ, ਕੋਈ IAS ਲੱਗ ਗਈ, ਕੋਈ MLA ਬਣ ਗਈ, ਉਹਦੀ ਜਗ੍ਹਾ ਪੜ੍ਹਾਉਣ ਜਾ ਸਕਦਾ? ਜੇ ਉਹ ਨਹੀਂ ਕਰ ਸਕਦਾ ਤਾਂ ਸਰਪੰਚ ਦੇ ਲਈ ਇਹ ਅਲਾਓ ਕਿਉਂ ਕਰਦੇ ਹੋ? ਜੋ ਸਾਈਨ ਵੀ ਤਾਂ ਕਰਦੇ ਨੇ, ਉਹ ਠੀਕ ਨੇ ਕਿ ਗਲਤ ਨੇ? ਜੇ ਲੇਡੀਜ਼ ਸਰਪੰਚ ਹੈ ਤੇ ਘਰ ਵਾਲਾ ਸਾਈਨ ਕਰ ਦਿੰਦਾ, ਇਹ ਗੱਲ ਠੀਕ ਹੈ? ਨਹੀਂ ਕਰ ਸਕਦਾ, ਉਹ ਤਾਂ ਫਰਾਡ ਹੈ, ਉਹ ਤਾਂ ਜਦੇ ਹੀ ਫਸੂਗਾ। ਕਰਾਉਂਦਾ ਉਹ ਘਰ ਵਾਲੀ ਤੋਂ ਹੀ ਹੈ, ਘਰ ਜਾ ਕੇ ਰਜਿਸਟਰ ਤੋਂ, ਪਰ ਫੈਸਲੇ ਉਹ ਆਪ ਕਰਦਾ ਹੈ।
ਅੱਜ ਹੈ ਰਾਸ਼ਟਰੀ ਪੰਚਾਇਤ ਦਿਹਾੜਾ। ਗ੍ਰਾਮ ਸਭਾ, ਪੰਚਾਇਤ, ਪਿੰਡ, ਇਹਨਾਂ ਦੀ ਪਾਵਰ ਕੀ ਹੁੰਦੀ ਹੈ ਕਿ ਹਰ ਇੱਕ ਇਨਸਾਨ ਨੂੰ ਪਤਾ ਹੈ ਜੋ ਪਿੰਡ ਵਿੱਚ ਰਹਿੰਦਾ ਹੈ ਗ੍ਰਾਮ ਸਭਾ ਕਿੰਨੀ ਲਾਜ਼ਮੀ ਹੈ। ਸਾਲ ਦੇ ਵਿੱਚ ਜੂਨ ਤੇ ਦਸੰਬਰ ਮਹੀਨੇ ਵਿੱਚ ਗ੍ਰਾਮ ਸਭਾ ਲਾਜ਼ਮੀ ਹੁੰਦੀ ਹੈ। ਪੰਚਾਇਤ ਵੱਲੋਂ ਗ੍ਰਾਮ ਸਭਾ ਲਾਜ਼ਮੀ ਕਰਾਈ ਜਾਣੀ ਚਾਹੀਦੀ ਹੈ। ਇਸ ਦੀਆਂ ਬਕਾਇਦਾ ਫੋਟੋਆਂ ਔਰ ਇਸ ਦਾ ਰਿਕਾਰਡ ਵੀ ਕੇਂਦਰ ਸਰਕਾਰ ਕੋਲ ਜਾਂਦਾ ਹੈ। ਹੁਣ ਸਭ ਤੋਂ ਅਹਿਮ ਸਵਾਲ ਇਹ ਹੁੰਦਾ ਹੈ ਕਿ ਗ੍ਰਾਮ ਸਭਾ ਵਿੱਚ ਪਾਏ ਗਏ ਮਤੇ, ਕਿ ਉਸ ਮਤੇ ਨੂੰ ਕੋਈ ਚੈਲੰਜ ਕਰ ਸਕਦਾ ਹੈ? ਕਿ ਗ੍ਰਾਮ ਸਭਾ ਦੇ ਵਿੱਚ ਜੋ ਮਤੇ ਪਾਏ ਜਾਂਦੇ ਨੇ ਆਪਣੇ ਪਿੰਡ ਵਾਸਤੇ, ਆਪਣੀਆਂ ਸਹੂਲਤਾਂ ਵਾਸਤੇ, ਕਿ ਉਸ ਨੂੰ ਵੀ ਕੋਈ ਚੈਲੰਜ ਕਰ ਸਕਦਾ ਹੈ? ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ, ਤੁਹਾਨੂੰ ਦੱਸਣਗੇ ਗ੍ਰਾਮ ਸਭਾ ਦੀ ਕੀ ਅਹਿਮੀਅਤ ਹੈ, ਗ੍ਰਾਮ ਸਭਾ ਕਿਉਂ ਲਾਜ਼ਮੀ ਹੈ ਪਿੰਡਾਂ ਦੇ ਵਿੱਚ, ਕਿ ਗ੍ਰਾਮ ਸਭਾ ਰਾਹੀਂ ਤੁਸੀਂ ਆਪਣੇ ਪਿੰਡ ਦਾ ਸਰਪੰਚ ਵੀ ਬਦਲ ਸਕਦੇ ਹੋ, ਕਿ ਗ੍ਰਾਮ ਸਭਾ ਰਾਹੀਂ ਤੁਸੀਂ ਆਪਣੇ ਹਲਕੇ ਦਾ BDPO ਵੀ ਬਦਲ ਸਕਦੇ ਹੋ, ਕਿ ਗ੍ਰਾਮ ਸਭਾ ਰਾਹੀਂ ਤੁਸੀਂ ਕਿਸੇ ਵੀ ਅਫਸਰ ਦੀ ਸ਼ਿਕਾਇਤ ਕਰ ਸਕਦੇ ਹੋ ਜੋ ਤੁਹਾਡੇ ਨਾਲ ਜਾਤੀ ਕਰਦਾ ਹੋਵੇ ਜਾਂ ਤੁਹਾਡੇ ਕਾਗਜ਼ ਉਹ ਨਾ ਬਣਾ ਕੇ ਦਿੰਦਾ ਹੋਵੇ। ਇਸ ਉੱਪਰ ਚਰਚਾ ਕਰਾਂਗੇ ਕਿੰਨਾ ਲਾਜ਼ਮੀ ਹੈ ਗ੍ਰਾਮ ਸਭਾ, ਜੋ ਲੋਕ ਪਿੰਡ ਦੇ ਹੈਗੇ ਨੇ ਉਹਨਾਂ ਨੂੰ ਜਾਣਨ ਵਾਸਤੇ ਕਿ ਸਾਡਾ ਕਾਨੂੰਨ ਕੀ ਕਹਿੰਦਾ ਹੈ। ਸੀਨੀਅਰ ਪੱਤਰਕਾਰ ਹਮੀਰ ਸਿੰਘ ਸਾਡੇ ਨਾਲ ਨੇ। ਸਰ, ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਜੀ ਸ਼ੁਕਰੀਆ ਸਰ, ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ, ਪ੍ਰੈਸ ਕਾਨਫਰੰਸ 'ਚ ਕਹਿ ਰਹੇ ਸੀ ਕਿ ਗ੍ਰਾਮ ਸਭਾ 2 ਵਾਰੀ ਲਾਜ਼ਮੀ ਹੁੰਦੀ ਹੈ, ਪਾਵਰ ਹੁੰਦੀ ਹੈ ਗ੍ਰਾਮ ਸਭਾ ਕੋਲੋਂ, ਕਿਸੇ ਵੀ ਅਫਸਰ ਨੂੰ ਗ੍ਰਾਮ ਸਭਾ ਵਿੱਚ ਮਤਾ ਪਾ ਕੇ ਪਿੰਡ ਤੋਂ ਵਿੱਚ ਆਉਣਾ ਰੋਕਿਆ ਵੀ ਜਾ ਸਕਦਾ ਹੈ। ਗ੍ਰਾਮ ਸਭਾ ਰਾਹੀਂ ਮਸਲੇ ਹੱਲ ਵੀ ਹੋ ਸਕਦੇ ਨੇ। ਗ੍ਰਾਮ ਸਭਾ ਰਾਹੀਂ ਪੁਲਿਸ ਸਟੇਸ਼ਨ ਤੱਕ ਵੀ ਨਹੀਂ ਵਿਅਕਤੀ ਜਾ ਸਕਦਾ ਜੇ ਆਪਣੇ ਮਸਲੇ ਆਪ ਹੱਲ ਕਰ ਲੈਂਦੇ ਨੇ। ਕੀ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਗ੍ਰਾਮ ਸਭਾ ਦੀ ਕੀ ਤਾਕਤ ਹੁੰਦੀ ਹੈ, ਪੰਚਾਇਤ ਦੀ ਕੀ ਤਾਕਤ ਹੈ? ਅਸਲ ਦੇ ਵਿੱਚ ਤਾਂ ਪੰਜਾਬ ਦੀ ਜਿਹੜਾ ਸਾਡਾ ਸੱਭਿਆਚਾਰ ਹੈ, ਸਾਡਾ ਜਿਹੜਾ ਕਲਚਰ ਹੈ, ਉਹਦੇ 'ਚ ਜਨਰਲੀ ਵੀ ਅਸੀਂ ਇਹ ਗੱਲਾਂ ਕਹਿੰਦੇ ਆ ਕਿ ਸਾਂਝੇ ਸੰਗਤ 'ਚ ਬੈਠ ਕੇ ਫੈਸਲੇ ਕਰਨੇ ਚਾਹੀਦੇ ਨੇ ਔਰ ਉਹ ਦਰੁਸਤ ਫੈਸਲੇ ਹੁੰਦੇ ਨੇ, ਇੱਕ ਪਾਸੜ ਫੈਸਲੇ ਨਹੀਂ ਹੁੰਦੇ। ਸਾਡੇ ਸੱਭਿਆਚਾਰ ਹੈ, ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਉਦੋਂ ਪੰਚ ਪ੍ਰਧਾਨੀ ਮਤਲਬ ਪੰਚਾਇਤ ਪੰਜਾਂ 'ਚ ਜਿਹੜੀ ਗੱਲ ਕਰਦੇ ਇੱਕ ਬੰਦੇ ਦੀ ਬਜਾਏ ਪੰਚ ਪ੍ਰਧਾਨੀ ਦਾ ਆਇਆ। ਪੰਚ ਪ੍ਰਧਾਨੀ ਦੇ ਨਾਲ ਜੁੜ ਕੇ ਫਿਰ ਇਹ ਆਇਆ ਕਿ ਵੱਡੇ ਮਾਮਲੇ ਜਿਹੜੇ ਨੇ ਉਹ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਹੋਣੇ ਚਾਹੀਦੇ ਨੇ। ਸਰਬੱਤ ਖਾਲਸਾ ਨੁਮਾਇੰਦਗੀ ਹੁੰਦੀ ਆ ਬੜੇ ਵੱਡੇ ਪੱਧਰ ਦੇ ਉੱਤੇ, ਇੱਕ ਜਨਰਲ ਹਾਊਸ ਜਿਹਨੂੰ ਅਸੀਂ ਕਹਿੰਦੇ ਹਾਂ, ਅਤੇ ਉਹ ਜਿਹੜਾ ਇੱਕ ਕਲਚਰ ਸਾਡੇ ਕੋਲ ਸੀ। ਔਰ ਪਰ ਹੌਲੀ ਹੌਲੀ ਜਿਵੇਂ ਅਸੀਂ ਰਾਜਨੀਤਿਕ ਫੀਲਡ ਦੇ ਵਿੱਚ ਆਏ ਜਾਂ ਬਾਕੀ ਚੀਜ਼ਾਂ ਹੋਈਆਂ, ਉਹਨੇ ਪਿੰਡਾਂ ਨੂੰ ਧੜਿਆਂ 'ਚ ਵੰਡਤਾ ਬਹੁਤ ਬੁਰੀ ਤਰ੍ਹਾਂ। ਔਰ ਪਾਰਟੀਬਾਜੀ ਹੋ ਗਈ, ਉਹ ਕਹਿੰਦਾ ਮੇਰਾ ਧੜਾ, ਉਹ ਕਹਿੰਦਾ ਮੇਰਾ ਧੜਾ, ਟੁਕੜਿਆਂ 'ਚ ਵੰਡਤੇ ਅਤੇ ਉਹ ਜਿਹੜਾ ਸਾਂਝਾ ਬੈਠਣਾ ਖਤਮ ਹੋ ਗਿਆ, ਲਗਭਗ ਬੰਦ ਹੋ ਗਿਆ। ਹਰ ਗੱਲ ਥਾਣੇ ਜਾਂਦੀ ਹੈ, ਹਰ ਗੱਲ ਕਚਹਿਰੀ ਜਾਂਦੀ ਹੈ। ਚਲਦੇ ਫਿਰ ਇੱਕ ਪੰਚਾਇਤੀ ਰਾਜ, ਪਹਿਲਾਂ ਤਾਂ 1952 ਦਾ ਇੱਕ ਪੰਚਾਇਤੀ ਰਾਜ ਸੀ ਆਜ਼ਾਦੀ ਤੋਂ ਬਾਅਦ, ਜਿਹਦੇ ਤਹਿਤ ਪੰਚਾਇਤਾਂ ਬਣਦੀਆਂ ਸੀ। ਉਹ ਪੰਚਾਇਤਾਂ ਤੇ ਗ੍ਰਾਮ ਸਭਾਵਾਂ ਸੇਵਾ ਸੰਮਤੀ ਵਾਲਾ ਕੰਮ ਜ਼ਿਆਦਾ ਸੀ, ਮਤਲਬ ਉਹਦੇ ਕੋਲ ਅਧਿਕਾਰ ਘੱਟ ਸੀ। ਫਿਰ 24 ਅਪ੍ਰੈਲ 1993 ਨੂੰ, ਅੱਜ 24 ਅਪ੍ਰੈਲ ਹੈ ਜਿਵੇਂ, ਤੇ ਇਸੇ ਕਰਕੇ ਰਾਸ਼ਟਰੀ ਪੰਚਾਇਤ ਦਿਹਾੜੇ ਦੇ ਤੌਰ 'ਤੇ ਗੱਲ ਹੈ, 24 ਅਪ੍ਰੈਲ 93 ਨੂੰ ਇੱਕ 73ਵੀਂ ਸੋਧ ਦਾ ਨੋਟੀਫਿਕੇਸ਼ਨ ਹੁੰਦਾ ਹੈ। ਉਹ ਨੋਟੀਫਿਕੇਸ਼ਨ ਦੇ ਵਿੱਚ ਗ੍ਰਾਮ ਸਭਾ ਤੇ ਪੰਚਾਇਤੀ ਰਾਜ ਇੱਕ ਸ਼ਕਤੀਸ਼ਾਲੀ ਰਾਜ ਦੀਆਂ ਸੰਸਥਾਵਾਂ ਦੇ ਤੌਰ 'ਤੇ ਮਤਲਬ ਸਾਹਮਣੇ ਆਉਂਦੀਆਂ ਨੇ। ਉਹਦੇ ਤਹਿਤ ਇਹ ਕਿਹਾ ਗਿਆ ਸੀ ਕਿ ਇਹ ਪਾਰਲੀਮੈਂਟ ਹੈ ਪਿੰਡ ਦੀ, ਜਮਹੂਰੀਅਤ ਦੀ ਬੁਨਿਆਦੀ ਇਕਾਈ ਹੈ। ਜਿਵੇਂ 117 MLA ਵਿਧਾਨ ਸਭਾ 'ਚ ਚੁਣੇ ਜਾਂਦੇ ਨੇ, ਉਹਨਾਂ ਨੇ ਜੇ 1 ਵੀ ਰੁਪਈਆ ਖਰਚ ਕਰਨਾ ਹੈ ਜਾਂ ਬਾਕੀ ਦੇ ਪੈਸੇ ਸਰਕਾਰ ਨੇ ਖਰਚ ਕਰਨੇ ਉਹਦੇ 'ਚੋਂ, ਤਾਂ ਉਹ ਵਿਧਾਨ ਸਭਾ ਦੇ ਵਿੱਚ ਬਜਟ ਅਪਰੂਵ ਕਰਾਉਣਾ ਪੈਂਦਾ ਹੈ, ਉਹਦੀ ਮਨਜ਼ੂਰੀ ਲੈਣੀ ਪੈਂਦੀ ਹੈ। ਸਪੋਜ਼ ਕਰੋ ਆ ਸਰਕਾਰ ਬਦਲੀ ਹੈ, ਹੁਣ ਨਵੀਂ ਆਈ ਹੈ, ਮਤਲਬ ਨਾਰਮਲੀ ਸਾਡਾ ਫਰਵਰੀ 'ਚ ਬਜਟ ਆ ਜਾਂਦਾ ਪੂਰੇ ਸਾਲ ਦਾ, ਕਿਉਂਕਿ ਫਰਵਰੀ 'ਚ ਹੀ ਵੋਟਾਂ ਪਈਆਂ ਨੇ, ਵੋਟਾਂ ਦੇ ਨਾਲ ਹੀ ਸਰਕਾਰ ਬਣੀ ਹੈ। ਅਗਲੇ 3 ਮਹੀਨੇ ਕਿਵੇਂ ਚਲਾਉਣੇ ਨੇ, ਬਜਟ ਆਇਆ ਨਹੀਂ, ਉਹ 3 ਮਹੀਨੇ ਦਾ ਉਹਨੇ ਵੋਟ ਆਨ ਅਕਾਊਂਟ ਲੈ ਲਿਆ। ਉਹਨੇ ਕਹਿ ਲਿਆ ਵੀ ਆ 3 ਮਹੀਨੇ ਦੀ ਆਪਾਂ ਮਨਜ਼ੂਰੀ ਦੇ ਦਿਓ, ਪੂਰਾ ਬਜਟ ਆਪਾਂ ਜੂਨ ਦੇ ਮਹੀਨੇ 'ਚ ਲਿਆਵਾਂਗੇ। ਵਿਧਾਨ ਸਭਾ ਦੀ ਮਨਜ਼ੂਰੀ ਤੋਂ ਬਿਨਾਂ ਖਰਚ ਨਹੀਂ ਹੋ ਸਕਦਾ। ਇਸੇ ਦਾ ਪਾਰਲੀਮੈਂਟ ਦੇ ਵਿੱਚ ਜਿਹੜਾ ਪਿੰਡ ਦੇ ਪੈਸੇ ਵੀ ਨੇ, ਫਿਰ ਪ੍ਰੈਕਟੀਕਲੀ ਪਿੰਡ ਦੇ ਪੈਸੇ, ਐਗਜੈਕਟਿਵ ਬਾਡੀ ਪੰਚਾਇਤ ਹੈ, ਇਹ ਵਿਧਾਨ ਸਭਾ ਜਾਂ ਪਾਰਲੀਮੈਂਟ ਕਹੋ ਜਿਹੜੀ ਗ੍ਰਾਮ ਸਭਾ ਹੈ, ਉਹਦੇ 'ਚ ਪੂਰਾ ਸਾਡੀ ਗ੍ਰਾਂਟ ਕਿੰਨੀ ਹੈ, ਸ਼ਾਮਲਾਟ ਦੀ ਬੋਲੀ ਤੋਂ ਸਾਨੂੰ ਕਿੰਨੇ ਪੈਸੇ ਆਏ ਨੇ, 15ਵੇਂ ਫਾਈਨਾਂਸ ਕਮਿਸ਼ਨ ਤੋਂ ਕਿੰਨੇ ਪੈਸੇ ਆਏ ਨੇ, ਹੋਰ ਸਕੀਮਾਂ 'ਚ ਕਿੱਥੋਂ ਪੈਸਾ ਆ ਸਕਦਾ, ਇਹਦਾ ਸਾਰੀ ਗੱਲ ਪੇਸ਼ ਕਰਨੀ ਗ੍ਰਾਮ ਸਭਾ ਦੇ ਵਿੱਚ, ਅਤੇ ਉੱਥੇ ਮਨਜ਼ੂਰੀ ਲੈਣੀ ਕਿ ਇਹਨੂੰ ਅਸੀਂ ਇਹਨਾਂ ਥਾਵਾਂ 'ਤੇ ਖਰਚ ਕਰਨਾ ਚਾਹੁੰਦੇ ਹਾਂ। ਜਿਵੇਂ ਇੱਥੇ ਪੇਸ਼ ਕੀਤਾ ਜਾਂਦਾ ਬਜਟ, ਇੱਥੇ ਉਹ ਮਨਜ਼ੂਰੀ ਲੈਣੀ ਗ੍ਰਾਮ ਸਭਾ ਤੋਂ ਜ਼ਰੂਰੀ ਹੈ।
ਫਿਰ ਉਹ ਜਿਹੜਾ ਦਸੰਬਰ ਦਾ ਇਜਲਾਸ ਹੁੰਦਾ ਜਿਹਨੂੰ ਸਾਉਣੀ ਦਾ ਇਜਲਾਸ ਕਹਿੰਦੇ ਨੇ, ਉਹ 'ਚ ਉਹਦਾ ਹਿਸਾਬ ਕਿਤਾਬ ਦੇਣਾ ਜ਼ਰੂਰੀ ਹੈ। ਜਿਵੇਂ ਆਹ ਸਾਨੂੰ ਮਨਜ਼ੂਰ ਕੀਤਾ ਸੀ, ਇੱਥੇ ਇੱਥੇ ਅਸੀਂ ਖਰਚ ਕੀਤਾ, ਉਹਨੂੰ ਸੋਸ਼ਲ ਆਡਿਟ ਵੀ ਕਿਹਾ ਜਾਂਦਾ, ਸਮਾਜਿਕ ਆਡਿਟ। ਇਹ ਤਾਂ ਮੇਨ ਕੰਮ ਹੈ ਗ੍ਰਾਮ ਸਭਾ ਦਾ ਜਾਂ ਜਿੱਥੇ ਪਿੰਡ ਦਾ, ਕਿ ਉਹਨਾਂ ਦੇ ਸਾਹਮਣੇ ਸਾਰਾ ਹਾਲਾਤ ਹੋਵੇ, ਇਹ ਕਾਨੂੰਨ ਕਹਿੰਦਾ। ਪਰ ਹੁਣ ਅਸੀਂ ਪ੍ਰੈਕਟਿਸ 'ਚ ਦੇਖੀਏ ਪੰਜਾਬ ਦੇ ਵਿੱਚ ਕਿ ਕਾਨੂੰਨ ਕਿੰਨਾ ਕੁ ਲਾਗੂ ਹੁੰਦਾ ਹੈ, ਕੀ ਗ੍ਰਾਮ ਸਭਾ ਦੇ ਸਾਹਮਣੇ ਬਜਟ ਕਿਤੇ ਪ੍ਰੈਕਟੀਕਲੀ ਪੇਸ਼ ਕੀਤਾ ਜਾਂਦਾ, ਉਹਦੀ ਮਨਜ਼ੂਰੀ ਲਈ ਜਾਂਦੀ ਹੈ, ਜਾਂ ਕੀ ਬਾਕੀ ਥਾਵਾਂ 'ਤੇ ਹੈ। ਔਰ ਇਹ ਕਾਨੂੰਨ ਇਹ ਕਹਿੰਦਾ, ਜਿਹੜਾ 1994 ਦਾ ਪੰਚਾਇਤੀ ਰਾਜ ਕਾਨੂੰਨ ਹੈ, ਕਿ ਇਹ ਦੋਨੋਂ ਇਜਲਾਸ ਜੂਨ ਤੇ ਦਸੰਬਰ ਦੇ ਜਿਹੜਾ ਵੀ ਸਰਪੰਚ ਨਹੀਂ ਕਰਾਉਂਦਾ ਉਹ ਆਪਣੇ ਆਪ ਸਸਪੈਂਡ ਹੋ ਜਾਂਦਾ। ਹੁਣ ਲੋਕ ਆਪਣੇ ਆਪ ਆਪੋ ਆਪਣੇ ਪਿੰਡਾਂ 'ਚ ਨਜ਼ਰ ਮਾਰ ਕੇ ਦੇਖ ਲੈਣ ਕਿ ਗ੍ਰਾਮ ਸਭਾ ਹੁੰਦੀ ਹੈ ਜਾਂ ਸਰਪੰਚ ਸਸਪੈਂਡ ਕਦੇ ਹੋਇਆ ਇਸ ਕਰਕੇ ਕਿ ਉਹਨੇ ਗ੍ਰਾਮ ਸਭਾ ਨਹੀਂ ਕਰਾਈ, ਹੋਇਆ ਕਿਤੇ, ਜਾਂ ਫਿਰ ਮੇਰੇ ਨੋਟਿਸ 'ਚ ਕੋਈ ਨਹੀਂ ਹੈ ਕਿ ਇਸ ਕਰਕੇ ਹੋਇਆ। ਕਿ ਲੋਕਾਂ ਨੂੰ ਪਤਾ ਵੀ ਸਾਡੇ ਰਾਈਟ ਕੀ ਨੇ ਗ੍ਰਾਮ ਸਭਾ, ਸਿਆਸੀ ਰੰਜਸ ਕਰਕੇ ਜ਼ਰੂਰ ਹੋ ਜਾਂਦੇ ਨੇ। ਉਹ ਕਹਿੰਦਾ ਵੀ ਮੇਰਾ ਸਰਪੰਚ ਨਹੀਂ, ਜਿਹਦੀ ਸਰਕਾਰ ਆ ਜਾਂਦੀ ਹੈ ਉਹ ਆਪਣੇ ਪੱਖ ਦੇ ਲਾਉਣਾ ਚਾਹੁੰਦਾ, ਉਹ ਸਾਰਾ ਕੁਝ ਇੱਕ ਅਲੱਗ ਗੱਲ ਹੈ। ਲੋਕਾਂ ਨੂੰ ਰਾਈਟ ਪਤਾ ਗ੍ਰਾਮ ਸਭਾ ਦੇ ਕੀ ਨੇ, ਔਰ ਜੇ ਪਤਾ ਹੋਵੇ ਤਾਂ ਲੋਕ ਮੇਰਾ ਖਿਆਲ ਹੈ ਇਹਦੇ ਲਈ ਤਰੱਦਦ ਕਰਨ। ਹਜੇ ਘੱਟ ਪਤਾ ਹੈ, ਜਿਹਦਾ ਪ੍ਰਚਾਰ ਕਰਨਾ ਚਾਹੀਦਾ ਸੀ ਵੱਡੇ ਪੱਧਰ ਦੇ ਉੱਤੇ, ਜਿਹੜੀ ਟ੍ਰੇਨਿੰਗ ਹੋਣੀ ਚਾਹੀਦੀ ਸੀ, ਜਿਹੜੀ ਲੋਕਾਂ ਨੂੰ ਸਿਖਲਾਈ ਦੇਣੀ ਚਾਹੀਦੀ ਸੀ ਕਿ ਗ੍ਰਾਮ ਸਭਾ ਕੀ ਹੈ, ਉਹਦੇ ਬਾਰੇ ਮੈਨੂੰ ਲੱਗਦਾ ਕਿ ਕਮੀ ਰਹੀ ਹੈ ਬੜੇ ਵੱਡੇ ਪੱਧਰ ਦੇ ਉੱਤੇ। ਇਹ ਨਹੀਂ ਕਿ ਪੈਸੇ ਨਹੀਂ ਖਰਚ ਹੋਏ, ਪੈਸੇ ਬਥੇਰੇ ਖਰਚ ਹੋਏ ਨੇ ਟ੍ਰੇਨਿੰਗਾਂ 'ਤੇ, ਬਾਕੀਆਂ 'ਤੇ। ਪੰਚਾਇਤਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਪਰ ਮੈਨੂੰ ਲੱਗਦਾ ਪੰਚਾਇਤਾਂ ਨੂੰ ਟ੍ਰੇਨਿੰਗ ਸ਼ਾਇਦ ਉਦੋਂ ਉਲਟ ਜ਼ਿਆਦਾ ਦਿੱਤੀ ਜਾਂਦੀ ਹੈ। ਜਿਵੇਂ RTI ਕਾਨੂੰਨ ਦੇ ਵਿੱਚ ਹੁੰਦਾ ਨਾ, ਪਹਿਲਾਂ RTI ਕਾਨੂੰਨ ਆਇਆ, ਅਫਸਰ ਡਰਦੇ ਸੀ ਬਹੁਤ ਜ਼ਿਆਦਾ। ਉਹ ਜਿਹੜੀ ਉਹਨਾਂ ਨੂੰ ਟ੍ਰੇਨਿੰਗ ਦਿੱਤਾ ਇਹ ਦੇਣੀ ਸੀ ਕਿ ਤੁਸੀਂ ਕਿਵੇਂ ਦੇਣਾ ਹੈ, ਜਿਹੜੇ ਬੰਦੇ ਨੇ ਮੰਗੀ RTI ਪਾ ਕੇ ਸੂਚਨਾ, ਉਹ ਦੇਣੀ ਕਿਵੇਂ ਹੈ। ਕਿਹਾ ਜਾਂਦਾ ਵੀ ਉਹਨਾਂ ਦੀ ਟ੍ਰੇਨਿੰਗ ਇਹਦੋਂ ਉਲਟ ਹੋ ਗਈ ਵੀ ਤੁਸੀਂ ਡਿਨਾਈ ਕਿਵੇਂ ਕਰਨੀ ਹੈ, ਇਹਨੂੰ ਮਨਾ ਕਿਵੇਂ ਕਰਨਾ, ਵੀ ਇਹ ਦੇਣੀ ਕਿਵੇਂ ਨਹੀਂ, ਕਿਹੜੇ ਟੁਚਰਾਂ ਉਡਾਉਣੀਆਂ ਨੇ ਉਹਦੇ 'ਚ। ਉਸ ਪਾਸੇ ਨੂੰ ਚੱਲ ਪਏ, ਅਸੀਂ ਉਲਟੇ ਪਾਸੇ ਚੱਲਦੇ ਹਾਂ। ਹੁਣ ਗ੍ਰਾਮ ਸਭਾ ਦਾ ਜਿਹੜਾ ਸਵਾਲ ਹੈ, ਇਹ 2 ਇਜਲਾਸ ਤਾਂ ਜਨਰਲ ਇਜਲਾਸ ਨੇ, ਔਰ ਸਪੈਸ਼ਲ ਇਜਲਾਸ ਜਦੋਂ ਮਰਜ਼ੀ ਬੁਲਾਇਆ ਜਾ ਸਕਦਾ। ਸਸਪੈਂਡ ਹੋ ਸਕਦਾ ਸਰਪੰਚ ਜੇ 2 ਗ੍ਰਾਮ ਸਭਾ ਸਾਲ ਵਿੱਚ ਨਾ ਬੁਲਾਇਆ ਤਾਂ ਆਟੋਮੈਟਿਕ ਸਸਪੈਂਡ ਹੈ, ਹੋ ਨਹੀਂ ਸਕਦਾ। ਇਹ ਲੋਕਾਂ ਨੂੰ ਪਤਾ ਨਹੀਂ, ਉਹ ਹੈਗਾ। ਲੋਕਾਂ ਨੂੰ ਕਿੰਨਾ ਕੁ ਪਤਾ ਹੈ ਪਤਾ ਨਹੀਂ, ਕੁਝ ਨੂੰ ਪਤਾ ਹੋਊ, ਥੋੜੇ ਬਹੁਤਿਆਂ ਨੂੰ, ਬਾਕੀ ਨੂੰ ਨਹੀਂ ਪਤਾ ਮੇਰੇ ਖਿਆਲ ਹੈ। ਔਰ ਇਹ ਅਫਸਰ ਦੀ ਜ਼ਿੰਮੇਵਾਰੀ ਹੈ, BDPO ਜਿਹੜਾ ਹੁੰਦਾ ਉਹਨੇ ਉੱਪਰ ਸੂਚਨਾ ਭੇਜਣੀ ਹੈ ਕਿ ਇਸ ਪਿੰਡ ਦੇ ਵਿੱਚ ਇਜਲਾਸ ਨਹੀਂ ਹੋਇਆ, ਇਸ ਕਰਕੇ ਸਰਪੰਚ ਸਸਪੈਂਡ ਹੈ। ਹੁਣ BDO ਵੀ ਕਿੰਨੇ ਕੁ ਸੂਚਨਾ ਭੇਜਦੇ ਨੇ, ਇਹ ਵੀ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਜਿਹੜੇ BDPO ਨੇ ਸੂਚਨਾ ਭੇਜਣੀ ਸੀ ਉਹ ਭੇਜਿਆ ਕਿ ਨਹੀਂ। ਅਸਲ 'ਚ ਸਾਡੇ ਬਹੁਤਾ ਕੀ ਹੁੰਦਾ, ਬਹੁਤਾ ਨਾਰਮਲੀ ਜਿਵੇਂ ਅਸੀਂ ਆਮ ਗੱਲਾਂ ਕਰਦੇ ਹਾਂ ਫਰਾਡ, ਉਵੇਂ ਹੁੰਦਾ। ਉਹ ਕੀ ਕਰਦੇ ਨੇ ਕਿ ਗ੍ਰਾਮ ਸਭਾ ਕਾਗਜ਼ਾਂ 'ਚ ਬੁਲਾ ਲੈਂਦੇ ਨੇ, ਲੋਕਾਂ ਨੂੰ ਦੱਸਦੇ ਨਹੀਂ, ਜਾਂ ਆਲੇ ਦੁਆਲੇ ਕੋਈ ਹੋਕਾ ਨਹੀਂ, ਕੋਈ ਲੋਕਾਂ ਦੀ ਗੱਲ ਨਹੀਂ, ਨਾ ਉਹਨਾਂ ਦਾ ਏਜੰਡਾ। ਉਹ ਘਰ ਬੈਠ ਕੇ ਇੱਕ ਮਤਾ ਪੈ ਜਾਂਦਾ ਕਿ ਅਸੀਂ ਗ੍ਰਾਮ ਸਭਾ ਬੁਲਾ ਰਹੇ ਹਾਂ। ਪਹਿਲੇ ਮਤੇ 'ਚ ਉਹ ਕਹਿ ਦਿੰਦੇ ਨੇ ਕਿਉਂਕਿ 20% ਕੋਰਮ ਚਾਹੀਦਾ ਉਹਦਾ 'ਚ, ਵੀ ਬੰਦੇ ਨਹੀਂ ਆਏ ਕਿਸੇ ਕਾਰਨ ਕਰਕੇ, ਇਸ ਲਈ ਅੱਗੇ ਬੁਲਾਈ ਜਾਂਦੀ ਹੈ। ਫਿਰ 10% ਕੋਰਮ ਨਾਲ ਵੀ ਚੱਲ ਸਕਦਾ ਕੰਮ, ਉਸ ਤੋਂ ਬਾਅਦ ਅਗਲੀ ਜਿਹੜਾ ਸਟੈਪ ਹੁੰਦਾ। ਤੇ 10% ਵੀ ਉਹ ਨਹੀਂ ਆਉਂਦੇ, ਫਿਰ ਕਹਿੰਦੇ ਚੱਲ ਜਿੰਨੇ ਕੁ ਆ ਗਏ ਦਸਤਖਤ ਅੰਗੂਠੇ ਕਰਵਾ ਲਓ। ਜਾਂ ਤਾਂ ਉਹ ਘਰ ਘਰ ਜਾ ਕੇ ਆਪਣੇ ਪਸੰਦ ਦੇ ਜਿਹੜੇ ਬੰਦੇ ਪਰਿਵਾਰ ਹੁੰਦੇ ਨੇ, ਜਿਹੜੇ ਉਹਦੇ ਨਾਲ ਸਹਿਮਤ ਹੁੰਦੇ ਨੇ ਸਰਪੰਚੀ ਪੰਚੀ, ਉਹਨਾਂ ਤੋਂ ਦਸਤਖਤ ਅੰਗੂਠੇ ਥੋੜ੍ਹੇ ਬਹੁਤ ਕਰਾ ਲੈਂਦੇ ਨੇ। ਉਹਦਾ ਕੋਈ ਕੋਰਮ ਪੂਰਾ ਨਹੀਂ ਹੁੰਦਾ ਕਿਤੇ ਵੀ। ਇਸੇ ਕਰਕੇ ਕਈ ਪੰਚਾਇਤਾਂ 'ਚ ਤਾਂ ਇਹ ਸਾਹਮਣੇ ਆਇਆ ਕਿ ਗ੍ਰਾਮ ਸਭਾ ਦੇ ਵਿੱਚ ਮਰੇ ਹੋਏ ਬੰਦਿਆਂ ਦੇ ਵੀ ਅੰਗੂਠੇ ਲੱਗੇ ਦਿਖਾਈ ਦਿੱਤੇ, ਵੀ ਉਹ ਇਹਨੂੰ ਦੇਖ ਨੂੰ ਬੰਦੇ ਨੂੰ 3-3 ਸਾਲ ਹੋ ਜਾਂਦੇ ਨੇ ਕਈ ਵਾਰ ਮਰੇ ਨੂੰ, ਹੈ ਨਾ, ਕਿਉਂਕਿ ਜਾਲੀ ਕਰਨਾ ਹੁੰਦਾ ਬੰਦੇ ਨੂੰ। ਪਿੰਡ 'ਚ ਪਤਾ ਹੀ ਨਹੀਂ ਵੀ ਉਹ ਵੀ ਹੈ ਕਿ ਨਹੀਂ, ਚਲ ਅੰਗੂਠਾ ਲਾ ਲਓ। ਮੈਨੂੰ ਲੱਗਦਾ ਜੇ ਅੰਗੂਠੇ ਚੈੱਕ ਕਰਾਏ ਜਾਣ ਸਾਰਿਆਂ ਦੇ, ਕਿੰਨੇ ਜਾਲੀ ਨਿਕਲਣ, ਉਹ ਵੀ ਸ਼ਾਇਦ ਕਈ ਜਾਲੀ ਨਿਕਲਣਗੇ। ਕਹਿੰਦੇ ਹੁਣ ਲਾ ਦੇ ਯਾਰ 10 ਬੰਦੇ ਇੱਥੇ, ਕੀ ਕਿਹੜਾ ਕੋਈ ਪੁੱਛਦਾ, ਕਿਹੜਾ ਕੋਈ ਸਕਰੀਨਿੰਗ ਕਰਦਾ। ਉਸ ਤਰੀਕੇ ਨਾਲ ਮਤਲਬ ਉਹਦਾ ਕਾਗਜ਼ਾਂ ਦਾ ਢਿੱਡ ਜਿਵੇਂ ਪੂਰਾ ਕਰਨ ਦੀ ਆਪਾਂ ਗੱਲ ਕਰਦੇ, ਜ਼ਿਆਦਾ ਉਹ ਹੋ ਰਿਹਾ ਦੂਜੇ ਦੇ ਮੁਕਾਬਲੇ। ਔਰ ਨਹੀਂ ਤਾਂ ਗ੍ਰਾਮ ਸਭਾ ਦੀ ਸਪਿਰਿਟ ਕੀ ਹੈ ਅਸਲ ਦੇ ਵਿੱਚ, ਉਹ ਇਹ ਹੈ ਕਿ ਤੁਸੀਂ ਬੈਠਦੇ ਹੋ, ਕਿੰਨੇ ਹੀ ਵੱਡੇ ਕੰਮ ਨੇ, ਜਿੰਨੇ ਕੰਮ 29 ਡਿਪਾਰਟਮੈਂਟ ਨੇ ਜਿਹੜੇ ਪਿੰਡਾਂ ਦੇ ਵਿਕਾਸ ਨਾਲ ਸੰਬੰਧਿਤ ਨੇ। ਉਹਨਾਂ ਡਿਪਾਰਟਮੈਂਟਾਂ 'ਚ ਖੇਤੀ ਹੈ, ਉਹਦੇ 'ਚ ਸਿੱਖਿਆ ਹੈ, ਉਹਦੇ 'ਚ ਸਿਹਤ ਹੈ, ਉਹਦੇ 'ਚ ਵਾਟਰ ਸਪਲਾਈ ਦਾ ਸਵਾਲ ਹੈ, ਉਹਦੇ 'ਚ ਔਰਤਾਂ ਬੱਚਿਆਂ ਦੀ ਭਲਾਈ ਦਾ ਸਵਾਲ ਹੈ, ਜਿੰਨੇ ਵੀ ਸਾਡੇ ਨਾਲ, ਚਾਹੇ ਡੇਅਰੀ ਦਾ ਹੈ, ਜਿੰਨੇ ਕੰਮ ਨੇ, ਉਹ 29 ਦੇ 29 ਡਿਪਾਰਟਮੈਂਟਾਂ ਦੇ ਕੰਮ ਇਸ 'ਤੇ ਸੰਵਿਧਾਨਕ ਸੋਧ ਰਾਹੀਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਦੇਣੇ ਸੀ। ਉਹਦੇ ਡਿਪਾਰਟਮੈਂਟ, ਉਹਦੇ ਕੰਮ ਤੇ ਉਹਦੇ ਕਰਮਚਾਰੀ। ਤੁਸੀਂ ਦੇਖੋ ਇਹ 29 ਡਿਪਾਰਟਮੈਂਟਾਂ ਦਾ ਫੈਸਲਾ ਕਰਨਾ ਗ੍ਰਾਮ ਸਭਾ ਨੇ ਬੈਠ ਕੇ, ਔਰ ਵੀ ਇੱਥੇ ਕਰਨਾ, ਆਹ ਚੀਜ਼ ਸਾਨੂੰ ਪਹਿਲਾਂ ਚਾਹੀਦੀ, ਆਹ ਚੀਜ਼ ਸਾਨੂੰ ਪਿੱਛੇ ਚਾਹੀਦੀ ਹੈ। ਉਹਨਾਂ ਦੇ ਕਰਮਚਾਰੀਆਂ ਨੂੰ ਬੁਲਾ ਕੇ ਪੁੱਛਣਾ ਵੀ ਦੱਸੋ ਭਾਈ ਤੁਹਾਨੂੰ ਕੀ ਚਾਹੀਦਾ, ਅਸੀਂ ਤੁਹਾਡੀ ਮਦਦ ਕਰਾਂਗੇ ਇਸ ਮਾਮਲੇ ਦੇ ਵਿੱਚ। ਸਕੂਲ ਕਿਵੇਂ ਚੱਲਦਾ ਪਿੰਡ ਦਾ, ਡਿਸਪੈਂਸਰੀ ਕਿਵੇਂ ਚੱਲਦੀ ਹੈ, ਸਹਿਕਾਰੀ ਸੁਸਾਇਟੀ ਕਿਵੇਂ ਚੱਲਦੀ ਹੈ, ਚੱਲਦੀਆਂ ਨੇ ਜਾਂ ਨਹੀਂ ਚੱਲਦੀਆਂ ਨੇ, ਇਹ ਸਾਰੀ ਜ਼ਿੰਮੇਵਾਰੀ ਸੰਗਤ 'ਚ ਬੈਠ ਕੇ ਹੁੰਦੀ ਹੈ। ਦੂਜੀ ਗੱਲ ਇਹ ਹੈ, ਇਹ 'ਚ ਬਹੁਤ ਵੱਡੇ ਰੁਜ਼ਗਾਰ ਦੇ ਸਵਾਲ ਨੇ।
ਜਿੰਨੀਆਂ ਸਕੀਮਾਂ ਨੇ ਉਹਦੀਆਂ ਨਿਸ਼ਾਨਦੇਹੀਆਂ ਜਿਹੜੇ ਲਾਭਪਾਤਰੀਆਂ ਨੂੰ ਮਿਲਣਾ ਉਹ ਗ੍ਰਾਮ ਸਭਾ 'ਚ ਹੋਣੀਆਂ। 5 ਮਰਲੇ ਦਾ ਪਲਾਟ ਮਿਲਣਾ ਹੈ, ਮੰਨ ਲਓ ਇਹ ਕਿਹਨੂੰ ਮਿਲਣਾ ਚਾਹੀਦਾ, ਕਿਹਨੂੰ ਨਹੀਂ, ਕੀ ਪਾਲਿਸੀ ਦੇ ਮੁਤਾਬਕ। ਔਰ ਕੱਚੇ ਘਰ ਦੀ ਗ੍ਰਾਂਟ ਮਿਲਣੀ ਹੈ, ਵਿਧਵਾ ਬੁਢਾਪਾ ਤੇ ਬੇਸਹਾਰਾ ਪੈਨਸ਼ਨ ਮਿਲਣੀ ਹੈ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਵੀ ਮਨਰੇਗਾ ਦੇ ਵਿੱਚ ਤੁਹਾਡਾ ਜੌਬ ਕਾਰਡ ਤੇ ਰੁਜ਼ਗਾਰ ਮਿਲਣ ਦੇ ਜਿਹੜੇ ਬਾਕੀ ਦੇ ਕੰਮ ਨੇ ਸਾਰਾ ਸੈਟਅਪ ਦੇ ਵਿੱਚ ਨੇ। ਜਿੰਨੀਆਂ ਵੀ ਚੀਜ਼ਾਂ, ਚਾਹੇ ਉਹ ਅਨਾਜ ਮਿਲਣਾ ਰਾਈਟ ਟੂ ਫੂਡ ਦੇ ਤਹਿਤ, ਉਹ ਲਾਭਪਾਤਰੀ ਜਿੰਨੇ ਨੇ ਉਹਨਾਂ ਦੀ ਨਿਸ਼ਾਨਦੇਹੀ ਪਿੰਡ ਦੇ ਬੈਠੇ ਇਕੱਠ ਤੇ ਗ੍ਰਾਮ ਸਭਾ ਦੇ ਵਿੱਚ ਹੁੰਦੇ ਨੇ। ਗ੍ਰਾਮ ਸਭਾ ਦੇ ਵਿੱਚ ਨਾ ਹੋਣ ਕਰਕੇ ਰੌਲੇ ਪੈਂਦੇ ਨੇ। ਰੌਲੇ ਕੀ ਨੇ? ਕਿਉਂਕਿ ਪੰਚਾਇਤਾਂ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਪਾਰਟੀਆਂ ਦੀਆਂ ਹੋ ਗਈਆਂ, ਧੜਿਆਂ ਦੀਆਂ ਹੋ ਗਈਆਂ, ਪਿੰਡ ਦੀਆਂ ਨਹੀਂ ਰਹੀਆਂ। ਪੰਚਾਇਤ ਹੁਣ ਅਸੀਂ ਪਿੰਡ ਦੀ ਬਣਾਉਂਦੇ ਹੀ ਨਹੀਂ, ਹੁਣ ਉਹ ਧੜੇ ਦੀ ਬਣਦੀ ਹੈ ਜਾਂ ਸੱਤਾਧਾਰੀ ਪਾਰਟੀ ਦੀ ਬਣਦੀ ਹੈ, ਨੇੜੇ ਤੇੜੇ ਹੋਰ ਕਿਸੇ ਦੀ ਘੱਟ ਬਣਦੀ ਹੈ। ਔਰ ਜਦੋਂ ਧੜੇ ਦੀ ਬਣਦੀ ਹੈ ਉਹ ਕਹਿੰਦਾ ਉਹਨੇ ਮੈਨੂੰ ਵੋਟ ਪਾਈ ਸੀ ਕਿ ਨਹੀਂ, ਇਹਦੀ ਪੈਨਸ਼ਨ ਲੱਗਣੀ ਚਾਹੀਦੀ ਹੈ, ਉਹ ਕਹਿੰਦਾ ਨਹੀਂ ਲੱਗਣੀ ਚਾਹੀਦੀ ਤਾਂ ਕੱਟ ਦਿਓ, ਇਹਨੇ ਮੈਂ ਆਪਣੇ ਨਾਲ ਹੈ ਜਾਂ ਆਪਣੇ ਵਿਰੋਧ ਦੇ ਵਿੱਚ ਹੈ। ਉੱਥੇ ਉਸ ਟਾਈਪ ਦੀਆਂ ਹੇਰਾ ਫੇਰੀਆਂ ਦੀ ਚਾਂਸ ਹੋ ਰਹੇ ਨੇ। ਇਸੇ ਕਰਕੇ ਪਿੰਡਾਂ ਦੇ ਕਿੰਨੇ ਲੋਕ ਰੌਲਾ ਪਾਉਂਦੇ ਨੇ, ਮੇਰਾ ਰਹਿ ਗਿਆ, ਮੈਨੂੰ ਨਹੀਂ ਮਿਲਿਆ, ਮੇਰਾ ਇਹ ਹੋ ਗਿਆ। ਜਦੋਂ ਇਕੱਠ 'ਚ ਹੋਏਗਾ ਫੈਸਲਾ ਤਾਂ ਇਕੱਠ ਦੇ ਵਿੱਚ ਹੇਰਾ ਫੇਰੀ ਨਹੀਂ ਹੋ ਸਕਦੀ। ਘੱਟੋ ਘੱਟ ਸਭ ਦੇ ਸਾਹਮਣੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਯਾਰ ਇਹ ਬੰਦਾ ਜਾਇਜ਼ ਹੈ, ਇਹ ਨਹੀਂ ਹੈ। ਕੋਈ ਤੀਜਾ ਬੰਦਾ ਵੀ ਕਹਿ ਸਕਦਾ ਕਿ ਨਹੀਂ, ਇਹ ਧੱਕਾ ਹੋ ਰਿਹਾ, ਤੁਸੀਂ ਇਹ ਨਹੀਂ ਕੰਮ ਕਰ ਸਕਦੇ। ਇਹ ਜਿਹੜਾ ਇੱਕ ਸੰਗਤੀ ਰੂਪ ਹੁੰਦਾ ਹੈ, ਜਿੰਨੀ ਕਰਪਸ਼ਨ, ਜਿੰਨਾ ਪੈਸਾ ਪਿੰਡਾਂ ਦੇ ਵਿੱਚ ਲੱਗ ਰਿਹਾ 75 ਹੁਣ ਅੱਜ ਕੱਲ੍ਹ ਇਹਨੂੰ ਅੰਮ੍ਰਿਤ ਕਾਲ ਕਹਿੰਦੇ ਨੇ, ਪ੍ਰਧਾਨ ਮੰਤਰੀ ਜਿਹਨੂੰ 75 ਸਾਲ ਆਜ਼ਾਦੀ ਦੇ ਮਨਾ ਰਿਹਾ ਸੀ, 75ਵਾਂ ਸਾਲ ਜਿਹੜਾ 75 ਸਾਲ ਤੋਂ ਬਾਅਦ ਅੰਮ੍ਰਿਤ ਕਾਲ ਹੋ ਗਿਆ। ਪਿੰਡ ਅਜੇ ਗਲੀਆਂ ਨਾਲੀਆਂ ਦੀਆਂ ਗਰਾਂਟਾਂ ਤੋਂ ਅੱਗੇ ਨਹੀਂ ਗਏ। ਗਲੀਆਂ ਨਾਲੀਆਂ ਅੱਜ ਵੀ ਉੱਥੇ ਹੀ ਖੜੀਆਂ ਨੇ। ਇਹਦਾ ਮਤਲਬ ਹਰ ਗਰਾਂਟ ਆਉਂਦੀ ਹੈ, ਪੁਰਾਣੀਓ ਪੱਟੀ ਹੋਈ ਗਲੀ ਦੁਬਾਰਾ ਬਣਾ ਦਿਓ, ਉਹਨੂੰ ਹਟਾ ਦਿਓ, ਟੋਬਾ ਭਰ ਦਿਓ, ਟੋਬਾ ਪੱਟ ਦਿਓ, ਸਾਰਾ ਖਾਧਾ ਜਾਂਦਾ ਟੋਟਲੀ ਕੰਮ। ਹੁਣ ਕੀ ਉਹ ਕਰਪਸ਼ਨ ਜਿਹੜੀ ਹੈ ਪਿੰਡ ਦੇ ਵਿੱਚ ਪੈਦਾ ਹੋਈ, ਉਹ ਕਿਸੇ ਤਰੀਕੇ ਰੋਕੀ ਜਾ ਸਕਦੀ ਹੈ? ਇੱਕ ਤਰੀਕਾ ਤਾਂ ਉੱਪਰੋਂ ਹੈ, ਕੋਈ ਕਹਿੰਦਾ ਮੰਤਰੀ ਮੈਂ ਹਟਾਊਂਗਾ ਜੀ, ਕੋਈ ਕਹਿੰਦਾ ਮੈਂ ਲੋਕਪਾਲ ਬਣਾ ਦੂੰਗਾ, ਕੋਈ ਮੈਂ ਫਲਾਨਾ। ਇੱਕ ਤਰੀਕਾ ਹੇਠੋਂ ਹੈ, ਜਿਹੜੇ ਬੰਦੇ ਪਿੰਡ 'ਚ ਰਹਿੰਦੇ ਨੇ ਰੋਜ਼, ਉਹਨਾਂ ਸਾਹਮਣੇ ਜਵਾਬ ਦੇਈਦਾ। ਜਿਹੜਾ ਉੱਪਰ ਵਾਲਾ ਤਰੀਕਾ, ਲੋਕ ਇਹ ਕਹਿੰਦੇ ਰਹੇ ਬੜੀ ਵਾਰ ਜਦੋਂ ਵਿਜੀਲੈਂਸ ਡਿਪਾਰਟਮੈਂਟ ਬਣਾਇਆ ਜਾਂ ਵਿਜੀਲੈਂਸ ਨੂੰ ਅਧਿਕਾਰ ਦਿੱਤੇ ਤੁਸੀਂ ਜਾਂਚ ਕਰੋਗੇ ਕਿ ਕਿੰਨੀ ਕੁ ਕਰਪਸ਼ਨ ਰੁਕੀ, ਉਹ ਕਹਿੰਦੇ ਹਿੱਸਾ ਇੱਕ ਵੱਧ ਪੈ ਗਿਆ, ਕੋਈ ਕਰਪਸ਼ਨ ਤਾਂ ਨਹੀਂ ਰੁਕੀ। ਜਿਹੜਾ ਨਵਾਂ ਡਿਪਾਰਟਮੈਂਟ ਆ ਗਿਆ ਉਹਨੇ ਆਪਣਾ ਹਿੱਸਾ ਰੱਖ ਲਿਆ ਵਿੱਚ ਨਾਲ, ਹੈ ਨਾ। ਉੱਪਰੋਂ ਤਾਂ ਨਾ ਤਾਂ ਪਿੰਡ ਦੇ ਨਾਲ ਉਹਨੂੰ ਦਰੇਗ ਹੈ ਕੋਈ, ਨਾ ਪਿੰਡ ਨਾਲ ਉਹਦਾ ਕੋਈ ਕਮਿਟਮੈਂਟ ਹੈ, ਨਾ ਹੋਰ ਹੈ, ਉਹ ਤਾਂ ਪੈਸੇ ਲਏ ਜਾ ਰਹੇ ਨੇ। ਤੇ ਜਿਹੜੇ ਪਿੰਡ ਦੇ ਬੰਦੇ ਨੇ, ਜਿਨ੍ਹਾਂ ਦੇ ਬੱਚਿਆਂ 'ਤੇ ਉਹ ਖਰਚ ਹੋਣਾ, ਜਿਨ੍ਹਾਂ ਦੀਆਂ ਸੁਵਿਧਾਵਾਂ 'ਤੇ ਖਰਚ ਹੋਣਾ, ਜੇ ਉਹ ਸਾਹਮਣੇ ਹਿਸਾਬ ਕਿਤਾਬ ਰੱਖਿਆ ਜਾਊ ਉਹਨਾਂ ਦੇ, ਤਾਂ ਕਰਪਸ਼ਨ ਰੁਕਣੀ ਹੈ। ਉਦੋਂ ਬਿਨਾਂ ਕਰਪਸ਼ਨ ਨਹੀਂ ਰੁਕਣੀ। ਕਰਪਸ਼ਨ ਰੋਕਣ ਦੇ ਵੀ ਦੋ ਹੀ ਤਰੀਕੇ ਨੇ, ਜਿਹੜੇ ਨਵੇਂ ਚੀਫ ਮਿਨਿਸਟਰ ਭਗਵੰਤ ਮਾਨ ਨੇ ਕਿਹਾ ਸੀ ਨਾ ਪਹਿਲੇ ਦਿਨ ਸਹੁੰ ਚੱਕਦੇ, ਕਿ ਹੁਣ ਸਰਕਾਰ ਪਿੰਡਾਂ 'ਚੋਂ ਚੱਲੇਗੀ, ਸਰਕਾਰ ਬਾੜਾਂ 'ਚੋਂ ਚੱਲੇਗੀ, ਹੁਣ ਸਰਕਾਰ ਚੰਡੀਗੜ੍ਹੋਂ ਨਹੀਂ ਚੱਲੇਗੀ, ਅਸੀਂ ਸਭ ਨੂੰ ਕਹਿੰਦੇ ਆ ਜਾਓ। ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਫਸਰ ਤੇ ਮੰਤਰੀ MLA ਨੂੰ ਤੋੜ ਦਿਓ, ਛਾਪੇ ਮਾਰੋ, ਫਲਾਨਾ ਕਰੋ, ਜੇ ਕਰੋ ਉਹ ਕਰੋ। ਇਹ ਕੋਈ ਸਰਕਾਰ ਚਲਾਉਣਾ ਨਹੀਂ ਹੁੰਦਾ, ਇਹ ਅਲੱਗ ਟਾਈਪ ਦਾ ਕੰਮ ਹੁੰਦਾ। ਸਰਕਾਰ ਕਿਵੇਂ ਚੱਲਦੀ ਹੈ? ਸਰਕਾਰ ਚੱਲਣੀ ਹੈ, ਤੁਸੀਂ ਦੇ ਦਿਓ 29 ਡਿਪਾਰਟਮੈਂਟ ਪੰਚਾਇਤੀ ਰਾਜ ਸਿਸਟਮ ਨੂੰ। ਸਰਕਾਰ ਚੱਲਣੀ ਹੈ, ਤੁਸੀਂ ਦੇ ਦਿਓ ਬਜਟ ਉਹਨਾਂ ਨੂੰ। ਤੁਸੀਂ ਸਰਕਾਰ ਚੱਲਣੀ ਹੈ, ਉਹਦੇ ਕਰਮਚਾਰੀ ਉਹਨਾਂ ਨੂੰ ਦੇ ਦਿਓ, ਤੇ ਸਾਰੇ ਫੈਸਲੇ ਤੁਸੀਂ ਆਰਡਰ ਕਰੋਗੇ। ਗ੍ਰਾਮ ਸਭਾਵਾਂ 'ਚ ਜੋ ਰੈਜੂਲੇਸ਼ਨ ਹੋਣਗੇ, ਗ੍ਰਾਮ ਸਭਾਵਾਂ ਜਿਸ ਤਰੀਕੇ ਨਾਲ ਕਰਨਗੀਆਂ, ਉਹ ਪਿੰਡ ਆਪਣਾ ਉਵੇਂ ਚੱਲੂਗਾ। ਉਹਦੇ ਹਿੱਸੇ ਦੀ ਗ੍ਰਾਂਟ ਉਹਦੇ ਕੋਲ ਹੈਗੀ ਹੈ, ਆਪੀ ਉਹ ਆਪਣੀ ਵਿਉਂਤਬੰਦੀ ਕਰਨਗੇ, ਆਪੀ ਉਹ ਫੈਸਲੇ ਕਰਨਗੇ, ਪਿੰਡਾਂ 'ਚੋਂ ਚੱਲਣ ਲੱਗ ਜੂਗੀ ਸਰਕਾਰ। ਸਰਕਾਰ ਐਂ ਨਹੀਂ ਚੱਲੇਗੀ ਕਿ ਹਰ ਜ਼ਿਲ੍ਹੇ 'ਚ ਚੀਫ ਮਿਨਿਸਟਰ ਦਾ ਦਫ਼ਤਰ ਹੋਏਗਾ, ਕੱਲ੍ਹ ਨੂੰ ਤਹਿਸੀਲ 'ਚ ਚੀਫ ਮਿਨਿਸਟਰ ਦਾ ਦਫ਼ਤਰ ਹੋਏਗਾ। ਐਂ ਥੋੜ੍ਹੀ ਪਿੰਡਾਂ 'ਚ ਚੱਲਣੀ ਹੈ। ਪਿੰਡਾਂ 'ਚੋਂ ਚੱਲਣੀ ਹੈ ਕਿ ਪਿੰਡਾਂ ਕੋਲੋਂ ਹੱਕ ਹੋਵੇ ਆਪਣੇ ਫੈਸਲੇ ਕਰਨ ਦਾ, ਆਪਣੇ ਤਰੀਕੇ ਦਾ। ਗ੍ਰਾਮ ਸਭਾ 'ਚ ਮੇਨਲੀ ਗ੍ਰਾਮ ਸਭਾ ਸੰਸਥਾ ਹੈ। ਤੇ ਉਦੋਂ ਬਾਅਦ ਜੇ ਬਲਾਕ ਦਾ ਕੋਈ ਫੈਸਲਾ ਕਰਨਾ ਤਾਂ ਬਲਾਕ ਸੰਮਤੀ ਹੈ ਤੁਹਾਡੇ ਕੋਲ ਚੁਣੀ ਹੋਈ, ਜੇ ਜ਼ਿਲ੍ਹੇ ਦਾ ਫੈਸਲਾ ਕਰਨਾ ਜ਼ਿਲ੍ਹਾ ਪ੍ਰੀਸ਼ਦ ਤੁਹਾਡੇ ਕੋਲ ਚੁਣੀ ਹੋਈ ਹੈ, ਤੇ ਜਿਹੜੀ ਪੰਚਾਇਤੀ ਰਾਜ ਸੈਟਅਪ ਦੇ ਵਿੱਚ ਆਉਂਦੀ ਹੈ ਜਿਹਦੇ ਲੈਵਲ ਦਾ ਦਰਦ ਹੈ। ਔਰ ਡੈਮੋਕ੍ਰੇਸੀ ਦਾ ਮਾਡਲ ਹੀ ਇਹ ਹੈ ਅਸਲ ਦੇ ਵਿੱਚ। ਜਦੋਂ ਅਸੀਂ ਇਹ ਕਹਿੰਦੇ ਨਾ ਸਾਡੇ ਬਹੁਤ ਇੱਕ ਗੱਲ ਪੰਜਾਬ ਨੇ ਲੜੀ ਹੈ, ਲੜਾਈ ਲੰਬੀ ਇੱਕ ਜ਼ਮਾਨੇ ਤੱਕ, ਅਨੰਦਪੁਰ ਸਾਹਿਬ ਮਤੇ ਦੇ ਤਹਿਤ ਫੈਡਰਲਿਜ਼ਮ ਦੀ ਲੜਾਈ ਅਕਾਲੀ ਦਲ ਦੀ ਅਗਵਾਈ 'ਚ। ਅੱਜ ਕੱਲ੍ਹ ਉਹ ਛੱਡ ਗਿਆ, ਉਹ ਅਲੱਗ ਸਵਾਲ ਸੀਗਾ, ਜਿਹਦੇ ਕਰਕੇ ਪੰਜਾਬ ਦੇ ਵਿੱਚ ਕੋਈ ਵੀ ਭਰੋਸੇਯੋਗ ਪਾਰਟੀ ਨਹੀਂ ਰਹੀ ਉਸ ਪੱਧਰ ਦੇ ਉੱਤੇ। ਫੈਡਰਲਿਜ਼ਮ ਦੀ ਲੜਾਈ ਅਸੀਂ ਲੜੀ ਕਿ ਤਾਕਤ ਦਿੱਲੀ ਨੂੰ ਕੀ ਪਤਾ ਪੰਜਾਬ ਨੂੰ ਕੀ ਚਾਹੀਦਾ। ਸਾਡਾ ਸੱਭਿਆਚਾਰ ਅਲੱਗ ਹੈ, ਸਾਡੀ ਬੋਲੀ ਅਲੱਗ ਹੈ, ਸਾਡਾ ਖਿੱਤਾ, ਸਾਡਾ ਪਿਛੋਕੜ, ਸਾਡਾ ਸਾਰਾ ਵਿਰਸਾ ਤੇ ਸਭ ਕੁਝ ਅਲੱਗ ਹੈ, ਤੇ ਸਾਨੂੰ ਆਪਣੇ ਫੈਸਲੇ ਕਰਨ ਦਾ ਆਪ ਹੱਕ ਹੋਣਾ ਚਾਹੀਦਾ। ਨਾ ਕੇਵਲ ਪੰਜਾਬ ਨੂੰ, ਪਹਾੜੀ ਰਾਜ ਦਾ ਆਪਣੀਆਂ ਵਿਸ਼ੇਸ਼ਤਾਵਾਂ ਨੇ, ਰੇਗਿਸਤਾਨ ਦੀਆਂ ਆਪਣੀਆਂ ਨੇ, ਸਾਰੇ ਇੱਕ ਦੇ ਆਪੋ ਆਪਣੀਆਂ ਨੇ, ਤੇ ਇਸ ਲਈ ਅਧਿਕਾਰ ਹੇਠਾਂ ਚਾਹੀਦੇ ਨੇ। ਫਿਰ ਨਾਲ ਦੀ ਨਾਲ ਇੱਕ ਇਹ ਗੱਲ ਵੀ ਤਾਂ ਸੋਚਣੀ ਪਏਗੀ ਕਿ ਤਾਕਤ ਦਿੱਲੀ ਦੀ ਬਜਾਏ ਚੰਡੀਗੜ੍ਹ ਆ ਗਈ, ਫਿਰ ਚੰਡੀਗੜ੍ਹ ਆਪਣੀ ਜੇਬ 'ਚ ਮੁੱਖ ਮੰਤਰੀ ਨੂੰ ਰੱਖ ਲੈਣੀ ਹੈ ਜਾਂ ਹੇਠਾਂ ਵੀ ਦੇਣੀ ਹੈ।
ਉਹ ਹੇਠਾਂ ਵੀ ਜਾਣੀ ਚਾਹੀਦੀ ਹੈ। ਜਿੰਨੇ ਜ਼ਿਲ੍ਹੇ ਵੀ ਹੈ, ਜ਼ਿਲ੍ਹਿਆਂ ਦੀ ਵੀ ਆਪਣੀ ਆਪਣੀ ਪਛਾਣ ਹੈ, ਬਾਰਡਰ ਜ਼ਿਲ੍ਹੇ ਦਾ ਆਪਣਾ ਮਾਮਲਾ ਹੈ, ਕਿਸੇ ਹੋਰ ਜ਼ਿਲ੍ਹੇ ਦੀ ਆਪਣੇ ਟਾਈਪ ਦੀ ਅਲੱਗ ਟਾਈਪ ਦੀਆਂ ਲੋੜਾਂ ਨੇ, ਫਿਰ ਤਹਿਸੀਲਾਂ 'ਚ ਵੀ, ਫਿਰ ਪਿੰਡਾਂ ਦੇ ਵਿੱਚ ਵੀ। ਇਹ ਤਾਕਤ ਫੈਡਰਲਿਜ਼ਮ 'ਚ ਚੰਡੀਗੜ੍ਹ 'ਚ ਆਵੇ, ਨਾਲ ਹੇਠਲੇ ਪੱਧਰ ਤੇ ਵੀ ਜਿਹੜੀਆਂ ਲੋਕਾਂ ਦੀਆਂ ਲੋੜਾਂ ਨੇ ਉਹ ਉਸ ਪੱਧਰ ਤੇ ਵਿਕੇਂਦਰਿਤ ਹੋਣ, ਤਾਂ ਕਿ ਉਹ ਫੈਸਲੇ ਆਪ ਕਰਨ ਲੱਗਣ। ਇਹ ਪੰਚਾਇਤੀ ਦਿਵਸ ਦਾ ਵੀ ਇਹ ਮੇਨ ਕੰਮ ਹੈ। ਨਹੀਂ ਤਾਂ ਪੰਚਾਇਤੀ ਦਿਵਸ ਮਨਾ ਲਓ, ਫੰਕਸ਼ਨ ਕਰ ਲਓ, ਮੰਤਰੀ ਵੀ ਫੀਤਾ ਕੱਟ ਦੂਗਾ, 4 ਅਧਿਕਾਰੀਆਂ ਨੇ ਲੱਡੂ ਖਿਲਾ ਦੇਣੇ ਨੇ, ਦੇਖੋ ਜੀ ਪੰਚਾਇਤੀ ਰਾਜ ਕਿਵੇਂ ਆਇਆ। ਜੇ ਉਹ ਪ੍ਰੈਕਟਿਸ 'ਚ ਨਹੀਂ ਉਤਰਦਾ ਤਾਂ ਇਹ ਸੰਵਿਧਾਨ ਦੀ ਵੀ ਉਲੰਘਣਾ, ਤਾਂ ਇਹ ਕਾਨੂੰਨ ਦੀ ਵੀ ਉਲੰਘਣਾ। ਜੇ ਹੁਣ ਸਿਆਸੀ ਬੰਦਾ ਤੇ ਅਫਸਰ ਤੇ ਮੁਲਾਜ਼ਮ ਮਿਲ ਕੇ ਇਸ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ, ਤਾਂ ਫਿਰ ਲੋਕਾਂ ਕੋਲ ਹੀ ਚਾਰਾ, ਹੋਰ ਤਾਂ ਕਿਸੇ ਕੋਲ ਨਹੀਂ ਹੈ ਕਿ ਲੋਕ ਸਿਆਣੇ ਹੋਣ, ਚੇਤਨ ਹੋਣ, ਆਪਣਾ ਫੈਸਲਾ ਆਪ ਕਰਨ ਦੇ ਵੱਲ ਅੱਗੇ ਤੁਰਨ। ਔਰ ਜੇਕਰ ਗ੍ਰਾਮ ਸਭਾ ਦੇ ਇਜਲਾਸ ਦੀ ਜਿਹੜੀ ਗੱਲ ਹੈ, ਆਪਾਂ ਕਹਿੰਦੇ ਸਰਪੰਚ ਨੇ ਬਣਾਉਣੀ ਹੈ ਕਾਨੂੰਨੀ ਤੌਰ ਤੇ। ਸਰਪੰਚ ਜਦ ਮਰਜ਼ੀ ਜਿੰਨੇ ਮਰਜ਼ੀ ਇਜਲਾਸ ਬੁਲਾ ਸਕਦਾ, ਇਹ 2 ਮੇਨ ਇਜਲਾਸਾਂ ਤੋਂ ਇਲਾਵਾ। ਪਰ ਜੇ ਸਰਪੰਚ ਨਾ ਬੁਲਾਵੇ, ਇਹੀ ਡਾਇਰੈਕਟ ਡੈਮੋਕ੍ਰੇਸੀ ਹੈ, ਸਿੱਧੀ ਜਮਹੂਰੀਅਤ ਹੈ। 20% ਬੰਦੇ ਲੋਕਾਂ ਦੇ, ਵੋਟਰਾਂ ਦੇ ਆਪ ਦਸਤਖਤ ਕਰਕੇ ਵੀਡੀਓ ਨੂੰ ਦਿੰਦੇ ਨੇ। 1 ਮਹੀਨੇ ਦੇ ਅੰਦਰ ਵੀਡੀਓ ਨੂੰ ਇਜਲਾਸ ਬੁਲਾਉਣਾ ਪੈਂਦਾ। ਉੱਥੇ ਉਸ ਦੇ ਵਿੱਚ ਕੀਤੇ ਗਏ ਫੈਸਲੇ ਵੀ ਪੰਚਾਇਤ ਲਈ ਪਾਬੰਦੀ ਹੁੰਦੀ ਹੈ ਕਿ ਉਹਨਾਂ ਨੂੰ ਮੰਨੇ। ਉਹ ਸਰਪੰਚ ਹੋਏ ਚਾਹੇ ਨਾ, ਸਰਪੰਚ ਨਾ ਹੋਵੇ ਤਾਂ ਜਿਹੜਾ ਵੀ ਉੱਥੇ ਪੰਚ ਬੈਠਾ ਹੋਊ ਉਹਨੂੰ ਉਸ ਦਿਨ ਦਾ ਪ੍ਰਧਾਨ ਬਣਾ ਦੇਣਗੇ। ਉਹਦੀ ਪ੍ਰਧਾਨਗੀ ਦੇ ਵਿੱਚ ਵੀ ਜਿਹੜਾ ਫੈਸਲਾ ਹੋਊਗਾ, ਇਹ ਪਿੰਡ ਦੇ ਲੋਕਾਂ ਦੀ ਤਾਕਤ ਹੈ, ਪਿੰਡ ਦੇ ਲੋਕਾਂ ਦੀ ਤਾਕਤ ਹੈ। ਇਹਦੀਆਂ 2-3 ਮਿਸਾਲਾਂ ਤਾਂ ਬਿਲਕੁਲ ਆਪਣੇ ਹੁਣ ਦੀਆਂ ਹੀ ਨੇ। ਜੇ ਤਾਜ਼ੀ ਮਿਸਾਲ ਫਾਜ਼ਿਲਕਾ ਦੇ ਹਸਤਾ ਕਲਾਂ ਪਿੰਡ ਦੀ ਹੈ, ਤੇ 2 ਪਿੰਡ ਬਣਾਤੇ ਸੀ। 2 ਪਿੰਡਾਂ ਦੇ ਵਿੱਚ ਮਤਲਬ ਲੋਕਾਂ ਨੂੰ ਦੱਸਿਆ ਨਹੀਂ ਗਿਆ, ਪੰਚਾਇਤ ਤੋਂ ਮਤਾ ਪਵਾ ਲਿਆ ਸੀ, ਪੰਚਾਇਤ ਨੇ ਮਤਾ ਪਾਇਆ, 2 ਪਿੰਡ ਬਣ ਗਏ। ਔਰ ਡਾਇਰੈਕਟਰ ਤੋਂ ਵੀ ਨੋਟੀਫਿਕੇਸ਼ਨ ਹੋ ਗਿਆ। 2 ਪਿੰਡਾਂ ਦੀਆਂ ਚੋਣਾਂ ਹੋਣੀਆਂ ਸੀ, ਪਰ ਜਦ ਲੋਕਾਂ ਨੂੰ ਪਤਾ ਲੱਗਿਆ ਗਲਤ ਹੈ, ਤਾਂ ਗ੍ਰਾਮ ਸਭਾ ਬੈਠੀ। ਗ੍ਰਾਮ ਸਭਾ ਨੇ ਪੰਚਾਇਤ ਦਾ ਮਤਾ ਰੱਦ ਕੀਤਾ, ਡਾਇਰੈਕਟਰ ਦਾ ਮਤਾ ਰੱਦ ਕੀਤਾ, ਤੇ ਉਸ ਤੋਂ ਬਾਅਦ ਕਿਹਾ ਕਿ ਸਾਡਾ ਪਿੰਡ ਅਸੀਂ ਇੱਕੋ ਰੱਖਣਾ ਚਾਹੁੰਦੇ ਹਾਂ। ਮਾਮਲਾ ਹਾਈ ਕੋਰਟ ਤੱਕ ਜਾਂਦਾ। ਹਾਈ ਕੋਰਟ ਤੱਕ ਜਾ ਕੇ ਮੁੜ ਕੇ ਦੋਨਾਂ ਪਿੰਡਾਂ ਦਾ ਇੱਕ ਪਿੰਡ ਬਣਦਾ, ਹਸਤਾ ਕਲਾਂ ਪਿੰਡ ਹੈ, ਮਤਲਬ ਫਾਜ਼ਿਲਕਾ ਦੇ ਵਿੱਚ। ਔਰ ਦੂਜੀ ਗੱਲ ਇਹ ਹੈ ਕਿ ਇਸੇ ਤਰੀਕੇ ਦੇ ਕਿੰਨੇ ਹੋਰ ਰਾਣੇ ਗੁਰਜੀਤ ਦੇ ਏਰੀਏ ਦੇ ਧਰਦੇ ਉਹ ਪਿੰਡ ਹੈ, ਤੇ ਉਹਦੇ ਨੇੜੇ ਦੇ 8 ਪਿੰਡ ਨੇ। 8 ਪਿੰਡਾਂ ਨੇ ਗ੍ਰਾਮ ਸਭਾਵਾਂ ਦੇ ਰਾਹੀਂ ਤੇ ਐਜੀਟੇਸ਼ਨ ਵੀ ਕੀਤੀ ਨਾਲ। ਔਰ ਉਹ ਤੁਹਾਡੇ ਸਾਹਮਣੇ ਉਹਨਾਂ ਨੇ ਇਸ ਲੈਵਲ ਦਾ ਉਹ ਥਾਂ ਵੀ ਛਡਾਇਆ, ਪੂਰਾ ਪਹਾ। ਅੱਜ ਕੱਲ੍ਹ ਤੁਸੀਂ ਦੇਖਣਾ ਕਿੰਨਾ ਜ਼ਿਆਦਾ ਖੁੱਲ੍ਹਾ ਜਿਹੜਾ ਦੱਬਿਆ ਹੋਇਆ ਸੀ, ਟੋਟਲ ਲੋਕਾਂ ਦੇ ਆਉਣ ਜਾਣ ਦੀ ਬਜਾਏ ਉਹ ਗੰਦਾ ਪਾਣੀ ਛੱਡ ਦਿੰਦੇ ਸੀ। ਉਹ ਸਾਰੀਆਂ ਚੀਜ਼ਾਂ ਤੇ ਉੱਤੇ ਨਜਾਇਜ਼ ਜਿਹੜੀ ਲੱਗ ਰਹੀ ਸ਼ਰਾਬ ਦੀ ਫੈਕਟਰੀ ਸੀ, ਉਹ ਵੀ ਰਿਕਾਰਡ 'ਚ ਕਾਮਯਾਬੀ ਹਾਸਲ ਕੀਤੀ। ਹਾਲਾਂਕਿ ਉਹ ਕੁਛ ਮੁੰਡਿਆਂ 'ਤੇ ਝੂਠਾ ਕੇਸ ਪਾ ਕੇ ਜੇਲ੍ਹ 'ਚ ਵੀ ਰਹੇ। ਤੇ ਉਹ ਮਨਦੀਪ ਧਰਦੇ ਉੱਥੋਂ ਇੱਕ ਮੁੰਡਾ ਜਿਹੜਾ ਉਹ ਕਲੱਬ ਦੇ ਅਗਵਾਈ ਦੇ ਵਿੱਚ ਹੈ, ਤੇ ਉਹ ਅੰਦਰੋਂ ਬਾਹਰ ਆਇਆ ਤਾਂ ਬਹੁਤ ਲੋਕਾਂ ਦਾ ਇਕੱਠ ਸੀ। ਉਹ ਹੀਰੋ ਦੀ ਤਰ੍ਹਾਂ ਆਇਆ ਵੀ ਅਸੀਂ ਲੜ ਰਹੇ ਹਾਂ ਇਸ ਪੱਧਰ ਦੇ ਉੱਤੇ। ਉਹ ਜਿਹੜੀਆਂ ਤਾਕਤਾਂ ਨੇ ਗ੍ਰਾਮ ਸਭਾ ਦੇ ਵਿੱਚ, ਜਿਸ ਲੈਵਲ ਦੇ ਉੱਤੇ ਲੜਾਈ ਲੜੀ ਜਾ ਸਕਦੀ ਹੈ ਉਹਦੇ ਨਾਲ, ਜੇ ਉਵੇਂ ਲੜੀ ਜਾਵੇ ਤਾਂ ਲੜਾਈ ਮੁਕਾਬਲਤਨ ਸੌਖੀ ਹੋ ਜਾਂਦੀ ਹੈ ਦੂਜਿਆਂ ਦੇ, ਕਿਉਂਕਿ ਕਾਨੂੰਨ ਤੁਹਾਡੇ ਹੱਥ ਦੇ ਵਿੱਚ ਹੈ। ਔਰ ਬਹੁਤੇ ਪਿੰਡਾਂ ਨੂੰ ਤਾਂ ਇਹ ਪਤਾ ਹੀ ਨਹੀਂ ਹੈ, ਜਿਵੇਂ ਪੰਚਾਇਤਾਂ ਨੂੰ ਡਰਾ ਲਿਆ ਉਹਨਾਂ ਨੇ। ਆ ਹੁਣ ਰਾਜਪੁਰੇ ਦੇ 5 ਪਿੰਡਾਂ 'ਚ 1000 ਏਕੜ ਜ਼ਮੀਨ ਇਹਨਾਂ ਨੇ ਲੈ ਲਈ ਪੰਚਾਇਤ ਦੀ। ਇੱਧਰ ਮੱਤੇਵਾੜਾ 955 ਏਕੜ ਜ਼ਮੀਨ ਜ਼ਬਰਦਸਤੀ ਲੈ ਲਈ। ਇਹ ਰਾਜਪੁਰੇ ਵਾਲੇ ਕਈ ਬੰਦੇ ਦੱਸਦੇ ਨੇ ਕਿ ਕਰੋੜਾਂ ਰੁਪਈਆ ਜਿਹੜਾ ਅਫਸਰ ਲੈ ਗਏ ਨੇ ਵੀ ਇਸ ਬੈਂਕ 'ਚ ਰੱਖੋ, ਇਹਨੂੰ ਨਾ ਰੱਖੋ, ਕਹਿੰਦੇ 30% ਗੌਰਮੈਂਟ ਨੂੰ ਦਿਓ। ਉਹ ਚੱਕ ਕੇ ਹੁਣ ਜੇ ਉਹ ਮੈਨੂੰ ਲੱਗਦਾ ਜ਼ਿਆਦਾ ਨਹੀਂ ਤਾਂ ਉਹ ਕਹਿੰਦੇ 70-80 ਕਰੋੜ ਰੁਪਇਆ ਲੈ ਗਏ ਨੇ। ਥੋੜਾ ਨਹੀਂ ਹੁੰਦਾ ਜਿਹੜਾ ਵੀ ਹੈ, ਪਰ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਵੀ ਗ੍ਰਾਮ ਸਭਾ ਦੀ ਇੱਕ ਤਾਕਤ ਹੈ। ਗ੍ਰਾਮ ਸਭਾ ਜੇ ਮਤਾ ਪਾਉਂਦੀ ਉਹਨਾਂ ਪਿੰਡਾਂ ਦੇ ਵਿੱਚ ਕਿ ਇਹ ਸਾਡੀ ਜ਼ਮੀਨ ਹੈ ਜਿਹੜੀ ਜ਼ਬਰਦਸਤੀ ਲਈ ਹੈ, ਇਹ ਆਮਦਨ ਨਹੀਂ ਹੈ ਜਿਹਦੇ 'ਚ ਤੁਸੀਂ ਪੈਸੇ ਲਿਜਾ ਸਕਦੇ ਹੋ। ਆਮਦਨ 'ਚੋਂ ਪੈਸੇ ਦਿੱਤੇ ਜਾ ਸਕਦੇ ਨੇ। ਜਿਹੜਾ ਚਲੋ ਜੇ ਤੁਹਾਡਾ ਐਗਜ਼ੈਕਟਿਵ ਆਰਡਰ ਹੈ, ਵੈਸੇ ਤਾਂ ਪੰਚਾਇਤਾਂ ਨੂੰ ਉਹਨੂੰ ਵੀ ਚੈਲੰਜ ਕਰਨਾ ਚਾਹੀਦਾ। ਜਿੰਨੀ ਸ਼ਾਮਲਾਟ ਦੀ ਬੋਲੀ ਆਉਂਦੀ ਹੈ ਨਾ, ਉਹਦਾ 30% ਗੌਰਮੈਂਟ ਲੈ ਜਾਂਦੀ ਹੈ ਮੁਲਾਜ਼ਮ ਨੂੰ ਤਨਖਾਹ ਕਰਨ ਲਈ ਪਿੰਡਾਂ 'ਚੋਂ, ਬਾਕੀ ਕਿਤੋਂ ਲਿਜਾ ਸਕਦੀ ਹੈ ਕਦੇ ਵੀ। ਔਰ ਜੇ ਉਹਦੇ 'ਤੇ ਇੱਕ ਰੋਕ ਲਾਓ। ਔਰ ਇਦੋਂ ਪਹਿਲਾਂ ਜਦੋਂ ਥਰਮਲ ਲੱਗਿਆ ਨਿਆਲ ਪਿੰਡ ਦੇ ਵਿੱਚ, ਰਾਜਪੁਰੇ ਵਾਲਾ ਥਰਮਲ ਜਿਹੜਾ ਲੱਗਿਆ, ਇੱਥੇ 65 ਕਰੋੜ ਰੁਪਇਆ ਮਿਲਿਆ ਸੀ ਪਿੰਡ ਨੂੰ, ਸ਼ਾਮਲਾਟ ਜ਼ਮੀਨ ਅਕਵਾਇਰ ਹੋਈ ਸੀ, ਉਦੋਂ ਵੀ ਐਂ ਕਰਦੇ ਸੀ। ਪਰ ਉਹਨਾਂ ਦੀ ਗ੍ਰਾਮ ਸਭਾ ਨੇ ਮਤਾ ਪਾਇਆ ਕਿ ਇਹਦੇ ਵਿਆਜ ਦੇ ਵਿੱਚੋਂ ਤਾਂ ਬਣਦਾ ਕੋਈ ਪੈਸਾ ਗੌਰਮੈਂਟ ਜਿਹੜਾ ਡਿਪਾਰਟਮੈਂਟ ਆ ਉਹ ਲਿਜਾ ਸਕਦਾ, ਪਰ ਇਹ ਸਾਡੀ ਵੇਚੀ ਗਈ ਜ਼ਮੀਨ ਹੈ, ਇਹ ਸਾਡਾ ਸਾਧਨ ਖਰਾਬ ਹੋਇਆ ਟੋਟਲੀ, ਇਸ ਲਈ ਇਹਦੇ ਮੂਲ ਦੇ ਵਿੱਚੋਂ ਪੈਸੇ ਨਹੀਂ ਲਏ ਜਾ ਸਕਦੇ। ਔਰ ਮੈਨੂੰ ਇਹ ਲੱਗਦਾ ਕਿ ਇਹ ਗੈਰ ਕਾਨੂੰਨੀ ਤਰੀਕੇ ਦਾ ਜਿਹੜਾ ਪੈਸਾ ਗੌਰਮੈਂਟ ਦੇ ਜਿਹੜੇ ਵੀ ਅਫਸਰਾਂ ਨੇ ਲਿਆ, ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ। ਜਿਵੇਂ ਪੰਚਾਇਤ ਜਾਂ ਪਿੰਡ ਆ, ਪਿੰਡ ਵਿੱਚ ਕੋਈ ਵੀ ਜ਼ਮੀਨ ਵਿਕਦੀ ਆ ਜਾਂ ਕੁਝ ਵੀ ਪੰਚਾਇਤ ਵਿੱਚੋਂ ਪੈਸੇ ਮਿਲਦੇ ਨੇ,
ਉਹ ਸਰਕਾਰ ਦਾ ਕੋਈ ਹੱਕ ਨਹੀਂ, ਪਿੰਡ ਦੇ ਲੋਕਾਂ ਦਾ ਹੀ ਹੱਕ ਹੁੰਦਾ, ਪੰਚਾਇਤ ਦਾ ਹੱਕ ਹੈ। ਬਿਲਕੁਲ ਸਰਕਾਰ ਦਾ ਕੋਈ ਹੱਕ ਨਹੀਂ, ਜ਼ਮੀਨ ਪਿੰਡ ਦੀ ਹੈ, ਲੈਂਡ ਬਿਲੋਂਗਸ ਟੂ ਗ੍ਰਾਮ ਸਭਾ ਦੀ ਜ਼ਮੀਨ ਹੈ। ਇਹ ਤਾਂ ਕਈ ਵਾਰ ਕੀ ਕਰਦੇ ਨੇ, ਪੰਚਾਇਤਾਂ ਨੂੰ ਜਾਂ ਦਬਕਾ ਮਾਰ ਕੇ ਡਰਾ ਕੇ ਜਾਂ ਵਿੱਚੋਂ ਲਾਲਚ ਵਿੱਚੋਂ ਹਿੱਸਾ ਦੇ ਦਿੰਦੇ ਨੇ, ਵੀ ਸਰਪੰਚ ਨੂੰ ਕਹਿੰਦਾ 10 ਲੱਖ ਤੈਨੂੰ ਦੇ ਦਿੰਦੇ ਆ, 50 ਲੱਖ ਦੇ ਦਿੰਦੇ ਆ, ਕਿਸੇ ਲੱਖ ਰੁਪਇਆ ਮੈਂਬਰਾਂ ਨੂੰ ਦੇ ਦਿਓ। ਪਰ ਉਹ ਪੰਜੇ ਬੰਦੇ ਤਾਂ ਨਹੀਂ ਆ ਦੇਸ਼ ਵਿੱਚ। ਜਿਵੇਂ ਹੁਣ ਇਹ ਉਹੋ ਜਿਹਾ ਹੀ ਹਾਲ ਹੈ ਜਿਵੇਂ ਵੱਡੇ ਪੱਧਰ ਤੇ ਸਰਕਾਰ ਹੈ, ਦੇਸ਼ ਪੱਧਰ ਤੇ ਅੱਜ ਕੱਲ੍ਹ ਇੱਕ ਰੌਲਾ ਚੱਲਦਾ ਨਾ ਕਿ ਸਰਕਾਰ ਦੇਸ਼ ਵੇਚ ਰਹੀ ਹੈ, ਏਅਰਪੋਰਟ ਵੇਚ ਰਹੀ ਹੈ, ਰੇਲਵੇ ਵੇਚ ਰਹੀ ਹੈ, ਫਲਾਨਾ ਹੈ। ਉਵੇਂ ਹੀ ਪੰਚਾਇਤ ਜਿਹੜੀ ਪਿੰਡ ਦੀ ਸਰਕਾਰ ਹੈ ਉਹ ਪਿੰਡ ਵੇਚ ਰਹੀ ਹੈ, ਇਹਦਾ ਮਤਲਬ ਸ਼ਾਮਲਾਟ ਵੇਚ ਕੇ ਇੱਕ ਟਾਈਪ ਦਾ। ਤੁਹਾਨੂੰ ਚੁਣਿਆ ਦੇਸ਼ ਨੂੰ ਖੂਬਸੂਰਤ ਬਣਾਉਣ ਲਈ, ਤੁਹਾਨੂੰ ਪਿੰਡ ਦੇ ਲੋਕਾਂ ਨੇ ਚੁਣਿਆ ਪਿੰਡ ਦਾ ਵਿਕਾਸ ਕਰਨ ਦੇ ਵਾਸਤੇ, ਪਿੰਡ ਬਰਬਾਦ ਕਰਨ ਵਾਸਤੇ ਨਹੀਂ ਚੁਣਿਆ। ਜਿਹੜੀ ਜ਼ਮੀਨ ਹੈ ਜਾਂ ਜਿਹੜੀਆਂ ਵੱਡੀਆਂ ਸਲਤਨਤਾਂ ਨੇ ਦੇਸ਼ ਦੀ, ਉਹ ਦੇਸ਼ ਦੇ ਲੋਕਾਂ ਦੀ ਹੈ, ਕਿਸੇ ਇੱਕ ਬੰਦੇ ਦੀ ਨਹੀਂ ਹੈ, ਇੱਕ ਸਰਕਾਰ ਨੂੰ ਨਹੀਂ ਨੇ ਗਾਰੰਟੀ ਦਿੱਤੀ। ਇਸੇ ਤਰ੍ਹਾਂ ਪਿੰਡ ਦੀ ਜਿਹੜੀ ਟੋਟਲ ਜ਼ਮੀਨ ਹੈ ਉਹ ਪਿੰਡ ਦੇ ਲੋਕਾਂ ਦੀ ਹੈ। ਇੱਕ ਪੰਚਾਇਤ ਨੂੰ ਕਿਹਨੇ ਹੱਕ ਦਿੱਤਾ ਕਿ ਉਹ ਜਿਹਨੂੰ ਮਰਜ਼ੀ ਜਦ ਮਰਜ਼ੀ ਵੇਚਦੇ, ਜਦ ਮਰਜ਼ੀ ਉਹ ਕਰਦੇ। ਅੱਛਾ ਸਰ, ਇੱਕ ਦੋ ਸਵਾਲ ਨੇ। ਪਹਿਲਾ ਮੇਰਾ ਸਵਾਲ ਇਹ ਹੈ ਕਿ ਸਰਪੰਚ, BDPO ਜਾਂ ਕੋਈ ਵੀ ਅਫਸਰ ਪਿੰਡ ਵਿੱਚ ਆਉਂਦਾ ਹੈ, ਜਾਂ ਕੋਈ ਵੀ ਉੱਥੇ ਹੇਰਾਫੇਰੀ ਕਰਦਾ ਹੈ ਜਾਂ ਕੋਈ ਵੀ ਕਾਗਜ਼ਾਂ ਨਾਲ ਛੇੜਖਾਨੀ ਕਰਦਾ ਹੈ, ਕਿ ਗ੍ਰਾਮ ਸਭਾ ਵਿੱਚ ਮਤਾ ਪਾ ਕੇ ਉਹਨਾਂ ਉੱਪਰ ਕਾਰਵਾਈ ਕੀਤੀ ਜਾ ਸਕਦੀ ਹੈ, ਜਾਂ ਸਰਪੰਚ ਨੂੰ ਜਾਂ BDPO ਨੂੰ ਸਸਪੈਂਡ ਕੀਤਾ ਜਾ ਸਕਦਾ ਹੈ ਜੇ ਗ੍ਰਾਮ ਸਭਾ ਲਿਖ ਕੇ ਦੇਵੇ, ਜਾਂ ਕੇਸ ਚੱਲ ਸਕਦਾ ਹੈ ਵੀ ਇਹਨਾਂ ਨੇ ਪੈਸੇ ਜ਼ਬਤ ਕੀਤੇ ਨੇ ਜਾਂ ਕਰਪਸ਼ਨ ਕੀਤੀ ਹੈ? ਨਹੀਂ, ਬਿਲਕੁਲ ਗ੍ਰਾਮ ਸਭਾ ਸ਼ਿਕਾਇਤ ਕਰਦੀ ਹੈ ਤੇ ਮਤਾ ਪਾ ਸਕਦੇ ਆ। ਸ਼ਿਕਾਇਤ ਦੀ ਕਿਹਦੀ ਇਨਕੁਆਰੀ ਹੋਵੇ ਤੇ ਉਹਦੇ ਲੋਕ ਲੜ ਵੀ ਸਕਦੇ ਨੇ। ਔਰ ਕੱਲ੍ਹ ਨੂੰ ਜਦੋਂ ਇਨਕੁਆਰੀ ਖੁੱਲ੍ਹਦੀ ਹੈ ਤੇ ਗ੍ਰਾਮ ਸਭਾ ਇੱਕ ਗਵਾਹੀ ਦੇ ਦਿੰਦੀ ਹੈ ਕਿ ਹਾਂ ਗੱਲਾਂ ਹੋਈਆਂ ਨੇ ਗਵਾਹ ਦੇ ਤੌਰ ਤੇ, ਤਾਂ ਲਾਜ਼ਮੀ ਉਹਨਾਂ ਤੇ ਮਤਲਬ ਮੁਕੱਦਮੇ ਦਾ ਫੈਸਲਾ ਉਹਦੇ ਖਿਲਾਫ ਜਾਊਗਾ ਜਿਹੜਾ ਵੀ ਬੰਦਾ। ਹਾਂ, ਇੱਕ ਗੱਲ ਸਾਡੇ ਪੰਚਾਇਤ ਰਾਜ ਐਕਟ ਦੇ ਵਿੱਚ ਇਹ ਹੋਇਆ ਕਿ ਪਹਿਲਾਂ ਸਾਡੇ 2007 ਤੱਕ, 2008 ਦੀਆਂ ਚੋਣਾਂ ਤੱਕ ਜਿਹੜੇ ਪੰਚਾਇਤ ਸੀ, ਸਰਪੰਚ ਨੂੰ 2 ਸਾਲ ਦੇਖ ਕੇ ਕਿ ਉਹ ਠੀਕ ਕੰਮ ਕਰਦਾ ਜਾਂ ਨਹੀਂ, ਗ੍ਰਾਮ ਸਭਾ ਨੂੰ ਹੱਕ ਸੀ ਕਿ ਸਰਪੰਚ ਨੂੰ ਹਟਾ ਸਕਦੀ ਹੈ ਬੇਭਰੋਸਗੀ ਦੇ ਮਤੇ ਰਾਹੀਂ। ਜਿਵੇਂ ਪ੍ਰਧਾਨ ਮੰਤਰੀ ਨੂੰ ਮੈਂਬਰ ਪਾਰਲੀਮੈਂਟ ਬੇਭਰੋਸਗੀ ਦੇ ਮਤੇ ਰਾਹੀਂ ਹਰਾ ਬਹੁਤ ਗਿਣਤੀ ਦੂਜੇ ਪਾਸੇ ਹੋ ਜੇ, ਜਿਵੇਂ ਅਮਰਿੰਦਰ ਸਿੰਘ ਦੇ ਖਿਲਾਫ ਹੋ ਗਏ ਸੀ ਬਹੁਤ ਗਿਣਤੀ, ਉਹਨੂੰ ਵਿੱਚੋਂ ਹੀ ਚੀਫ ਮਿਨਿਸਟਰ ਤੋਂ ਹਟਾਉਣਾ ਪਿਆ। ਉਵੇਂ ਸਰਪੰਚ ਵੀ ਹਟ ਸਕਦਾ, ਉਵੇਂ ਪ੍ਰਧਾਨ ਮੰਤਰੀ ਵੀ ਹਟਾਏ ਜਾ ਸਕਦੇ ਨੇ, ਉਵੇਂ ਪ੍ਰਧਾਨ ਮੰਤਰੀ ਵੀ। ਤੇ ਪਰ ਸਾਡੇ ਗ੍ਰਾਮ ਸਭਾ ਦੇ ਵਿੱਚ ਕੀ ਕਰਤਾ, ਅਕਾਲੀ ਦਲ ਦੀ ਉਦੋਂ ਸਰਕਾਰ ਸੀ, ਇਹਨਾਂ ਨੇ ਉਹ ਕਾਨੂੰਨ 'ਚ ਸੋਧ ਕਰਤੀ। ਹੁਣ ਗ੍ਰਾਮ ਸਭਾ ਸਰਪੰਚ ਨੂੰ 5 ਸਾਲ ਹਟਾ ਨਹੀਂ ਸਕਦੀ। ਇਹ ਜੇ ਗ੍ਰਾਮ ਸਭਾ ਦਾ ਪਤਾ ਹੁੰਦਾ ਲੋਕਾਂ ਨੂੰ ਤਾਕਤ ਦਾ, ਸ਼ਾਇਦ ਰੌਲਾ ਪਾਉਂਦੇ, ਕਿਉਂਕਿ ਉਹਨਾਂ ਦੇ ਸੁੱਤੇ ਹੀ ਗ੍ਰਾਮ ਸਭਾ ਨੂੰ ਉਹ ਤਾਕਤ ਮਿਲੀ ਸੀ, ਸੁੱਤੇ ਹੀ ਉਹ ਤਾਕਤ ਵਾਪਸ ਚਲੀ ਗਈ, ਲੋਕਾਂ ਨੂੰ ਪਤਾ ਨਹੀਂ ਸੀ। ਔਰ ਇਸੇ ਤਰ੍ਹਾਂ ਇਹੀ ਗੱਲ ਹੁੰਦੀ ਹੈ ਕਿ ਜਿੰਨਾ ਚਿਰ ਜਾਗਰੂਕਤਾ ਨਾ ਹੋਵੇ ਤੁਹਾਡੇ ਨਾਲ ਕੀ ਵਾਪਰ ਰਿਹਾ ਤੁਹਾਨੂੰ ਪਤਾ ਨਹੀਂ ਲੱਗਦਾ। ਔਰ ਇਸੇ ਲਈ ਇਹ ਹੈ ਕਿ ਕਿੰਨੇ ਹੋਰ ਸੂਬਿਆਂ ਦੇ ਵਿੱਚ ਸਰਪੰਚ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੱਕ, ਬਲਾਕ ਸੰਮਤੀ ਦੇ ਚੇਅਰਮੈਨ ਤੱਕ ਲੋਕਾਂ ਨੂੰ ਵਾਪਸ ਬੁਲਾਉਣ ਦਾ ਹੱਕ ਹੈ ਵੋਟਰਾਂ ਨੂੰ। ਔਰ ਇਹ ਬਹੁਤ ਵੱਡਾ ਇੱਕ ਹਥਿਆਰ ਹੈ ਲੋਕਾਂ ਸਾਹਮਣੇ ਜਵਾਬਦੇਹੀ ਦਾ। ਵਾਪਸ ਬੁਲਾਉਣ ਦਾ ਹੱਕ ਤੁਸੀਂ ਦੇ ਦਿਓ ਤਾਂ ਜਿਹੜਾ ਚੁਣਿਆ ਹੋਇਆ ਬੰਦਾ ਉਹ ਜਵਾਬਦੇਹ ਰਹਿੰਦਾ ਵੀ ਕੱਲ੍ਹ ਨੂੰ ਮੈਨੂੰ ਵਾਪਸ ਨਾ ਬੁਲਾ ਲੈਣ ਕਿਸੇ ਨਾ ਕਿਸੇ ਤਰੀਕੇ ਨਾਲ। ਇਸ ਗੱਲ 'ਤੇ ਵੀ ਮੈਨੂੰ ਲੱਗਦਾ ਸਰਕਾਰ ਤੋਂ ਸਵਾਲ ਪੁੱਛਿਆ ਜਾਣਾ ਚਾਹੀਦਾ ਕਿ ਭਾਈ ਸਾਹਿਬ ਇਹ ਕਿਵੇਂ ਕੀਤਾ, ਇਹ ਸਾਡੇ ਕੋਲ ਹੱਕ ਕਿਉਂ ਨਹੀਂ ਹੈ, ਸਾਡਾ ਹੱਕ ਖੋਇਆ ਕਿਉਂ, ਕਿਸ ਤਰੀਕੇ ਨਾਲ ਖੋਇਆ ਗਿਆ। ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਿਨਾਂ 'ਤੇ ਮੇਰੇ ਖਿਆਲ ਇਹੀ ਚਰਚਾ ਕਰਨ ਵਾਲੀਆਂ ਹੁੰਦੀਆਂ ਨੇ ਕਿ ਕਿਹੜੀਆਂ ਗੱਲਾਂ ਫਾਇਦੇ ਦੀਆਂ ਹੁੰਦੀਆਂ ਨੇ, ਕਿਹੜੀਆਂ ਗੱਲਾਂ ਨੁਕਸਾਨ ਦੀਆਂ ਹੁੰਦੀਆਂ ਨੇ। ਉਹਦੇ ਬਾਰੇ ਜਾਗਰੂਕਤਾ ਤੇ ਉਹਦੇ ਬਾਰੇ ਜਾਣਕਾਰੀ ਹਾਸਲ ਕਰਨ ਦਾ ਜਿਹੜਾ ਸਵਾਲ ਹੈ। ਔਰ ਇਸੇ ਦੇ ਵਿੱਚ ਇਸੇ ਐਕਟ ਦੇ ਤਹਿਤ ਹੀ 2 ਗੱਲਾਂ ਹੋਰ ਜਿਹੜੀਆਂ ਇੰਪੋਰਟੈਂਟ ਵਾਪਰੀਆਂ ਸੀ। ਇੱਕ ਇਹ ਸੀ ਕਿ 50% ਔਰਤਾਂ ਹੋਣਗੀਆਂ ਸਰਪੰਚ, ਪੰਚ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਮੈਂਬਰ ਵੀ ਤੇ ਚੇਅਰਪਰਸਨ ਵੀ। ਔਰ ਆਬਾਦੀ ਦੇ ਲਿਹਾਜ਼ ਨਾਲ ਦਲਿਤ ਵੀ ਹੋਣਗੇ। ਜਿੱਥੇ 20% ਤੋਂ ਵੱਧ ਆਬਾਦੀ ਹੈ ਜਿਹੜੇ ਪਿੰਡ ਦੇ ਵਿੱਚ, ਉੱਥੇ BC ਦੀ ਵੀ ਰਿਜ਼ਰਵੇਸ਼ਨ ਮਤਲਬ ਉਸ ਦੇ ਨੁਮਾਇੰਦਗੀ ਦੇ ਤੌਰ 'ਤੇ ਹੈ। ਇਹ ਸਾਰਾ ਜਿਹੜਾ ਸੈਟਅਪ ਹੈ ਇਹਨੂੰ ਵੀ ਧਿਆਨ 'ਚ ਰੱਖਣਾ। ਉੱਥੇ ਹੁਣ ਬਣ ਤਾਂ ਜਾਂਦੀਆਂ ਨੇ ਪਰ ਅਜੇ ਤੱਕ ਮਾਹੌਲ ਨਹੀਂ ਹੈ ਕਿ ਜਿੱਥੇ ਔਰਤ ਸਰਪੰਚੀ ਆਪ ਕਰ ਸਕੇ। ਮਨੀਸ਼ੰਕਰ ਅਈਅਰ ਪੰਚਾਇਤ ਮੰਤਰੀ ਹੁੰਦੇ ਸੀ ਜਿਹੜੇ ਇਹਦੇ 'ਤੇ ਕਾਫੀ ਲੱਗੇ ਰਹੇ ਕਿ ਇਸ ਸੋਧ ਦੇ ਵਿੱਚ ਉਹਨਾਂ ਦੀ ਰੋਲ ਹੈ, ਭੂਮਿਕਾ ਹੈ। ਉਹਨਾਂ ਨੇ 20 ਸਾਲ ਬਾਅਦ ਜਦੋਂ ਹੋਇਆ, UPA ਗਵਰਨਮੈਂਟ ਨੇ ਇੱਕ ਕਮੇਟੀ ਬਣਾਈ ਸੀ 2013 ਦੇ ਵਿੱਚ ਕਿ ਕਿਹੋ ਜਿਹਾ ਰਾਜ ਚੱਲ ਰਿਹਾ ਪੂਰੇ ਕਿਤੇ। ਤੇ ਗੱਲ ਇਹ ਹੋਈ ਕਿ ਉਹ ਕਹਿੰਦਾ ਵੀ ਇੱਥੇ ਤਾਂ ਸਰਪੰਚ ਰਾਜ ਹੈ, ਸੱਚ ਪੰਚਾਇਤ ਰਾਜ ਬਣੀ ਹੈ, ਗ੍ਰਾਮ ਸਭਾ ਤਾਂ ਦੂਰ ਦੀ ਗੱਲ ਹੈ। ਸਰਪੰਚ ਤੋਂ ਵੀ ਅੱਗੇ ਵੱਧ ਕੇ ਸਰਪੰਚ ਪਤੀ ਰਾਜ ਹੈ, ਜਿਹੜੀ ਔਰਤ ਚੁਣੀ ਜਾਂਦੀ ਹੈ ਉਹਦਾ ਪਤੀ ਕਰਦਾ ਸਰਪੰਚੀ, ਔਰਤ ਨੂੰ ਹੱਕ ਨਹੀਂ ਹੈ। ਇਸ ਲਈ ਜੇ ਡੈਮੋਕ੍ਰੇਸੀ ਉਧਰ ਨੂੰ ਜਾਣੀ ਹੈ, ਤੁਸੀਂ ਦੱਸੋ ਕੋਈ ਕੁੜੀ ਟੀਚਰ ਲੱਗ ਗਈ, ਉਹਦੀ ਜਗ੍ਹਾ ਪੜ੍ਹਾਉਣ ਉਹਦਾ ਪਤੀ ਜਾ ਸਕਦਾ? ਕੋਈ SDM ਲੱਗ ਗਈ, ਕੋਈ IAS ਲੱਗ ਗਈ, ਕੋਈ MLA ਬਣ ਗਈ, ਉਹਦੀ ਜਗ੍ਹਾ ਪੜ੍ਹਾਉਣ ਜਾ ਸਕਦਾ? ਜੇ ਉਹ ਨਹੀਂ ਕਰ ਸਕਦਾ
ਤਾਂ ਸਰਪੰਚ ਦੇ ਲਈ ਇਹ ਅਲਾਓ ਕਿਉਂ ਕਰਦੇ ਹੋ ਤੁਸੀਂ? ਜੋ ਸਾਈਨ ਵੀ ਤਾਂ ਕਰਦੇ ਨੇ ਉਹ ਠੀਕ ਨੇ ਕਿ ਗਲਤ ਨੇ? ਜੇ ਲੇਡੀਜ਼ ਸਰਪੰਚ ਹੈ ਤੇ ਘਰ ਵਾਲਾ ਸਾਈਨ ਕਰ ਦਿੰਦਾ, ਇਹ ਗੱਲ ਠੀਕ ਹੈ ਗਲਤ ਨਹੀਂ ਕਰ ਸਕਦਾ, ਉਹ ਤਾਂ ਫਰਾਡ ਹੈ, ਉਹ ਤਾਂ ਜਦੇ ਹੀ ਫਸੂਗਾ। ਕਰਾਉਂਦਾ ਉਹ ਘਰ ਵਾਲੀ ਤੋਂ ਹੀ ਹੈ, ਘਰ ਜਾ ਕੇ ਰਜਿਸਟਰ ਤੋਂ, ਪਰ ਫੈਸਲੇ ਉਹ ਆਪ ਕਰਦਾ ਹੈ। ਇਹਦੇ 'ਚ ਜਦ ਵੀ ਕਦੇ ਫਸੂ ਤਾਂ ਔਰਤ ਹੈ ਨਾ, ਜਿਹੜਾ ਆਫੀਸ਼ੀਅਲ ਹੈ ਬੰਦਾ ਫਸਦਾ ਤਾਂ ਉਹੀ ਹੈ ਜਿਹੜਾ ਵੀ ਕੁਛ ਕਰਦਾ। ਪਰ ਇਹ ਗੈਰ ਕਾਨੂੰਨੀ ਹੈ, ਇਹ ਇੱਕ ਘਰ ਤੋਂ ਬਾਹਰ ਨਿਕਲ ਕੇ ਲੋਕਾਂ ਦੀ ਸੇਵਾ ਦੇ ਵਿੱਚ ਆਉਣ ਦਾ ਇੱਕ ਤਰੀਕਾ ਹੈ। ਤੇ ਜੇ ਔਰਤਾਂ ਨੂੰ ਉੱਥੇ ਬਰਾਬਰ ਦਾ ਸਨਮਾਨ, ਬਰਾਬਰ ਦਾ ਤਰੀਕਾ, ਮਾਹੌਲ ਨਹੀਂ ਦਿੱਤਾ ਜਾਊਗਾ ਤਾਂ ਪੰਚਾਇਤੀ ਰਾਜ ਕਿਵੇਂ ਸੁਧਰ ਜਾਊਗਾ? ਕਿਸੇ ਵੀ ਤਰੀਕੇ ਨਾਲ ਸੁਧਰਨਾ ਨਹੀਂ। ਇਹ ਬਰਾਬਰੀ ਦੇ ਵੀ ਸਵਾਲ ਨੇ ਕਿ ਦਲਿਤਾਂ ਨੂੰ, ਔਰਤਾਂ ਨੂੰ ਬਰਾਬਰ ਦਾ ਕੰਮ ਕਰਨ ਦਾ ਮੌਕਾ ਜੇ ਅਸੀਂ ਦੇਣਾ ਹੈ, ਦੇ ਨਹੀਂ ਪਾਏ ਉਸ ਪੱਧਰ ਦੇ ਉੱਤੇ। ਸਰਪੰਚ ਜਾਂ ਪੰਚ ਪਿੰਡ ਦੀ ਸ਼ਾਮਲਾਟ ਜ਼ਮੀਨ ਵੇਚ ਸਕਦੇ ਨੇ ਬਿਨਾਂ ਲੋਕਾਂ ਤੋਂ ਪੁੱਛੇ, ਜਾਂ ਕਿਸੇ ਨੂੰ ਵੀ ਠੇਕੇ ਤੇ ਦੇ ਸਕਦੇ ਨੇ? ਠੇਕੇ ਤੇ ਖੁੱਲੀ ਬੋਲੀ ਰਾਹੀਂ ਦਿੱਤਾ ਜਾਂਦਾ, ਸਾਰੇ ਲੋਕ ਹੋਣਗੇ, ਸਾਰੇ ਲੋਕ ਹੋਣਗੇ। ਉਹ ਚੋਰੀ ਛਿਪੇ ਨਹੀਂ ਨਾ, ਚੋਰੀ ਹੋਏ ਨਹੀਂ ਸਕਦਾ। ਕਾਨੂੰਨ ਇਹ ਕਹਿੰਦਾ ਕਿ ਤੁਹਾਨੂੰ ਢੋਲ ਵੀ ਵਜਾਉਣਾ ਪਏਗਾ, ਹਰ ਦਰਵਾਜ਼ੇ 'ਚ ਆਲੇ ਦੁਆਲੇ ਪੂਰਾ ਸਮਾਂ ਰਹਿੰਦੇ ਨੋਟਿਸ ਵੀ ਲਾਉਣਾ ਪਏਗਾ ਕਿ ਬੋਲੀ ਹੋਣੀ ਹੈ, ਓਪਨ ਬੋਲੀ ਹੋਊਗੀ। ਜੋ ਉਹ 'ਚ ਕੋਈ ਵੀ ਬੋਲੀ ਦਿੰਦਾ ਬੋਲੀਕਾਰ, ਤੇ ਜਿਹੜਾ ਜ਼ਿਆਦਾ ਪੈਸੇ ਦਿੰਦਾ ਤੇ ਉਹਦੇ ਹੱਕ 'ਚ ਬੋਲੀ ਹੋਊਗੀ। ਉਹ ਨਹੀਂ ਮਤਲਬ ਕੋਈ ਵੇਚ ਨਹੀਂ ਸਕਦਾ ਜ਼ਮੀਨ ਨੂੰ ਨਾ, ਮਤਲਬ ਇਹ ਕੋਈ ਨਹੀਂ। ਔਰ ਦੂਜੀ ਗੱਲ, ਜੇ ਗ੍ਰਾਮ ਸਭਾ ਤੇ ਪੰਚਾਇਤ 'ਚ ਟਕਰਾ ਆ ਜੇ ਕਿ ਜ਼ਮੀਨ ਦੇਣੀ ਹੈ ਕਿ ਨਹੀਂ ਦੇਣੀ, ਤਾਂ ਗ੍ਰਾਮ ਸਭਾ ਦੀ ਚੱਲੂਗੀ, ਪੰਚਾਇਤ ਦੀ ਨਹੀਂ ਚੱਲ ਸਕਦੀ। ਪੰਚ ਤੇ ਸਰਪੰਚ ਦੀ ਨਹੀਂ ਚੱਲੂਗੀ ਨਾ, ਚੱਲ ਹੀ ਨਹੀਂ ਸਕਦੀ। ਲੋਕਾਂ ਦੀ ਚੱਲੂਗੀ, ਲੋਕਾਂ ਦੀ ਚੱਲੂਗੀ, ਗ੍ਰਾਮ ਸਭਾ ਦੀ ਚੱਲੂਗੀ। ਰੌਲਾ ਇੰਨਾ ਕਿ ਲੋਕ ਕਿੰਨੇ ਕੁ ਜਾਗਰੂਕ ਨੇ ਆਪਣੇ ਫੈਸਲੇ। ਮੈਂ ਤੁਹਾਨੂੰ ਕਿੰਨੇ % ਹੱਕ ਵਿੱਚ ਹੋਣੇ ਚਾਹੀਦੇ ਨੇ ਫਿਰ, ਜਾਂ ਖਿਲਾਫ ਹੋਣੇ ਚਾਹੀਦੇ ਨੇ ਸਰਪੰਚ ਦੇ? ਉਹ ਜਦੋਂ ਇਜਲਾਸ ਹੁੰਦਾ ਹੈ ਉਹਦੇ 'ਚ 20% ਦਾ ਕੋਰਮ ਹੈ, ਤੇ 20% ਦੀ ਜੇ ਦੂਜੀ ਵਾਰ 10%, ਜਿਹੜੇ ਉੱਥੇ ਹਾਜ਼ਰ 20% ਹੈ ਉਹਦੀ ਬਹੁਤ ਸੰਮਤੀ ਚਾਹੀਦੀ ਹੈ। ਵੀ ਉਹ ਗੁੱਠਾ ਲਾ ਕੇ ਕਹਿ ਦੇਣਗੇ ਜਾਂ ਸਾਈਨ ਕਰਕੇ। ਮੰਨ ਲਓ 1000 ਵੋਟਰ ਹੈ, ਇੱਥੇ 200 ਬੰਦਾ ਆਪਣਾ ਬੈਠ ਗਿਆ 20% ਦੇ ਤੌਰ ਤੇ। ਹੁਣ ਉਹ 200 ਬੰਦਾ ਚਰਚਾ ਕਰ ਰਿਹਾ ਔਰਤ ਤੇ ਮਰਦ ਵੀ ਆਪਾਂ ਇਹ ਕੰਮ ਕਰਨਾ ਕਿ ਨਹੀਂ ਕਰਨਾ, ਪਿੰਡ ਦੇ ਲਈ ਇਹ ਫਾਇਦੇਮੰਦ ਆ ਜਾਂ ਨਹੀਂ। ਟੋਟਲ ਪੰਚਾਇਤ ਵੀ ਇੱਕ ਪਾਸੇ ਹੋ ਜਾਏ, ਚਾਹੇ ਜੇ ਉਹ ਬਹੁ ਗਿਣਤੀ 200 ਚੋਂ 101 ਬੰਦਾ, 102 ਬੰਦੇ, 104 ਬੰਦੇ ਕਹਿੰਦੇ ਨੇ ਵੀ ਨਹੀਂ ਆਹ ਮਤਾ ਪਾਸ ਹੈ, ਜਿਹੜਾ ਮਤਾ ਉੱਥੇ ਪਾਸ ਹੋਏਗਾ ਲਾਗੂ ਉਹ ਹੋਊਗਾ, ਲਾਗੂ ਦੂਜਾ ਨਹੀਂ ਹੋ ਸਕਦਾ। ਜੇ ਧੱਕਾ ਕਰੂਗੀ ਪੰਚਾਇਤ ਉਦੋਂ ਬਾਅਦ ਤਾਂ ਅਦਾਲਤ ਦੇ ਵਿੱਚ ਉਹਦੇ ਖਿਲਾਫ ਕਾਰਵਾਈ ਹੋ ਸਕਦੀ ਹੈ, ਕਾਨੂੰਨ ਗੈਰ ਸੁਣਵਾਈ ਗ੍ਰਾਮ ਸਭਾ ਦੀ ਹੋਏਗੀ। ਬਿਲਕੁਲ ਹੋਏਗੀ, ਕਿਉਂਕਿ ਕਾਨੂੰਨ ਹੱਕ ਉਹਨੂੰ ਦਿੰਦਾ ਨਾ, ਬਾਡੀ ਉਹ ਅਸਲ ਦੇ ਵਿੱਚ ਲੋਕਾਂ ਨਾਲ ਦੀ ਰਾਏ ਨਾਲ ਫੈਸਲਾ ਕਰਨ ਦੀ ਗੱਲ ਹੈ। ਔਰ ਇਸ ਕਰਕੇ ਉਹ ਜਿਹੜੀ ਜਾਗਰੂਕਤਾ ਹੈ ਜਦੋਂ ਸਮੁੱਚੇ ਲੋਕ ਬੈਠਦੇ ਨੇ, ਉਹ ਇਸ ਕਰਕੇ ਵੀ ਜ਼ਰੂਰੀ ਹੈ ਕਿ ਸਰਪੰਚ ਪੰਚ ਆਪਣੇ ਆਮ ਲੋਕਾਂ 'ਚੋਂ ਹੀ ਨੇ। ਜੇ ਹੁਣ MLA ਵਿਕਾਊ ਨੇ, ਜੇ MP ਵਿਕਾਊ ਨੇ, ਪਾਰਟੀਆਂ ਦੇ 2 ਇੱਧਰ ਹੋ ਗਏ 2 ਉੱਧਰ ਹੋ ਗਏ, ਤਾਂ ਸਰਪੰਚ ਪੰਚ ਵੀ ਤਾਂ ਵਿਚਾਰੇ ਉਹਨਾਂ 'ਚੋਂ ਹੀ ਨੇ। ਜਾਂ ਜੇ ਕੇਸ ਤੋਂ ED ਤੋਂ MLA ਤੇ ਵੱਡੇ ਵੱਡੇ ਲੀਡਰ ਡਰਦੇ ਨੇ, CBI ਤੋਂ ਡਰਦੇ ਨੇ, ਤਾਂ ਸਰਪੰਚ ਪੰਚ ਵੀ ਤਾਂ ਹੋਈ ਜਦੋਂ ਵਿਜੀਲੈਂਸ ਤੋਂ ਡਰਾ ਦਿੰਦੇ ਨੇ। ਜੇ ਉਹ ਨਾ ਵੀ ਚਾਹੁੰਦਾ ਹੋਵੇ, ਬੜੀ ਵਾਰ ਇਹ ਵੀ ਤਾਂ ਹੋ ਹੀ ਜਾਂਦਾ। ਪਰ ਸਮੁੱਚਾ ਪਿੰਡ ਜਦੋਂ ਬੈਠਾ ਹੁੰਦਾ, ਜਦੋਂ ਸੰਗਤ ਬੈਠੀ ਹੁੰਦੀ ਹੈ, ਇਕੱਠ ਜਿਹੜਾ ਤੁਹਾਡਾ ਡਰ ਦੂਰ ਕਰਦਾ ਹੈ। ਤੇ ਤੁਹਾਡੇ ਸੋਚ, ਜਿਵੇਂ ਕਿਸਾਨ ਅੰਦੋਲਨ ਉੱਥੇ ਬੈਠਾ ਸੀ ਲੱਖਾਂ ਬੰਦਾ, ਕਿ ਇਹਦੀ ਹਿੰਮਤ ਸੀ ਕਿ ਨਹੀਂ ਐ ਨਹੀਂ ਮੈਂ ਐਂ ਕਰ ਦੂੰਗਾ, ਪ੍ਰਸ਼ਾਸਨ ਐਂ ਕਰ ਦੂੰਗਾ ਫਲਾਨਾ, ਕਿਉਂਕਿ ਹਰ ਇੱਕ 'ਚ ਦਲੇਰੀ ਸੀ, ਇਕੱਠ ਦੀ, ਇਕਜੁੱਟਤਾ ਦੀ। ਜੇ ਪਿੰਡ ਇਕੱਠਾ ਬੈਠ ਕੇ ਆਪਣੇ ਫੈਸਲੇ ਆਪ ਕਰਦਾ, ਕਿਸੇ ਅਫਸਰ ਦੀ ਨਾ ਡਰਾਉਣ ਦੀ ਜ਼ਰੂਰਤ ਹੈ, ਨਾ ਕਿਸੇ ਵਿਜੀਲੈਂਸ ਦੀ, ਨਾ ਕਿਸੇ ਹੋਰ ਦੀ। ਇਸੇ ਕਰਕੇ ਜਿਹੜੀਆਂ ਪੰਚਾਇਤਾਂ ਜਾਂ ਜਿਹੜੇ ਸਰਪੰਚ ਸੱਚੀ ਉਹ ਚਾਹੁੰਦੇ ਨੇ ਕਿ ਅਸੀਂ ਪਿੰਡ ਦੀ ਸੇਵਾ ਕਰਨ ਲਈ ਆਏ ਹਾਂ, ਅਸੀਂ ਚੁਣੇ ਜਾ ਰਹੇ ਹਾਂ, ਕਹਿੰਦੇ ਤਾਂ ਸਾਰੇ ਹੀ ਇਹ ਨੇ ਕਿ ਸੇਵਾ ਕਰਨ ਲਈ ਆਏ ਹਾਂ, ਪਰ ਉਹ ਸਾਰੇ ਫੈਸਲੇ ਆਪਣੇ ਗ੍ਰਾਮ ਸਭਾ ਰਾਹੀਂ ਕਰਨ ਲੱਗ ਜੇ, ਤਾਂ ਜਿਹੜੇ ਬਾਕੀ ਦੇ ਲੋਕ ਉਹਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੀ ਕੋਈ ਤਾਕਤ ਨਹੀਂ ਹੈ। ਕਿ ਤੁਹਾਡੇ ਨਾਲ ਤੁਸੀਂ ਆਪ ਤਾਂ ਫੈਸਲਾ ਨਹੀਂ ਕੀਤਾ, ਹਰ ਮਤਾ ਗ੍ਰਾਮ ਸਭਾ 'ਚ ਪਿਆ ਹੋਇਆ। ਸਾਰੀ ਗ੍ਰਾਮ ਸਭਾ ਨੂੰ ਕਿਹੜੀ ਅਦਾਲਤ ਫਾਂਸੀ ਟੰਗ ਦੂਗੀ? ਸਾਰੀ ਗ੍ਰਾਮ ਸਭਾ ਨੂੰ ਕੌਣ ਡਰਾ ਕੇ ਫੈਸਲੇ ਕਰਾ ਦੂਗਾ? ਇਸ ਲਈ ਇਹ ਜਿਹੜਾ ਇੱਕ ਸਿਸਟਮ ਹੁੰਦਾ, ਜਦੋਂ ਤੁਸੀਂ ਜਨਰਲੀ ਵੀ ਮਨੋਵਿਗਿਆਨਕ ਤੌਰ ਤੇ ਦੇਖਦੇ ਹੋ, ਜੇ ਤੁਹਾਡੀ ਗਿਣਤੀ ਜ਼ਿਆਦਾ ਹੋ ਜਾਏਗੀ ਕਿਤੇ ਵੀ ਬੈਠਿਆਂ ਦੀ, ਤਾਂ ਦੂਜੇ ਝਿਜਕਣ ਲੱਗ ਜਾਂਦੇ ਨੇ। ਇਕੱਲੇ ਕਹਿ ਰਹੇ ਤੇ ਤੁਹਾਡੇ ਤੇ ਕੋਈ ਵੀ ਬਲੇਮ ਜਾਂ ਕੋਈ ਵੀ ਮੁਕੱਦਮਾ ਜਾਂ ਕੋਈ ਵੀ ਲਾਲਚ ਉਹ ਕੰਮ ਕਰ ਜਾਂਦਾ, ਸਾਰਿਆਂ ਤੇ ਨਹੀਂ ਕਰਦਾ। ਅੱਛਾ ਸਰ, ਬੋਰਡ ਲੱਗੇ ਹੋਏ ਸੀ, ਤੁਹਾਨੂੰ ਯਾਦ ਹੋਣਾ ਇਲੈਕਸ਼ਨ ਤੋਂ ਪਹਿਲਾਂ, ਕਿ ਕੋਈ ਵੀ ਸਿਆਸਤਦਾਨ ਸਾਡੇ ਪਿੰਡ ਵਿੱਚ ਨਾ ਵੜੇ। ਕਿ ਗ੍ਰਾਮ ਸਭਾ ਜਾਂ ਪਿੰਡ ਦੇ ਲੋਕ ਬੋਰਡ ਲਗਾ ਸਕਦੇ ਨੇ ਵੀ ਦੇਸ਼ ਦਾ ਕੋਈ ਵੀ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਸਾਡੇ ਪਿੰਡ ਵਿੱਚ ਨਾ ਆਵੇ? ਇਹ ਗ੍ਰਾਮ ਸਭਾ ਵਿੱਚ ਮਤਾ ਪਾਇਆ ਜਾ ਸਕਦਾ? ਇਹ ਮਤੇ ਜਿਹੜੇ ਗ੍ਰਾਮ ਸਭਾ ਦੇ ਨੇ, ਇਹ ਜਿਹੜੇ ਟਰਾਈਬਲ ਖੇਤਰ ਨੇ, ਕਬਾਇਲੀ ਖੇਤਰ, ਉੱਥੇ ਇੱਕ ਅਲੱਗ ਐਕਟ ਬਣੇ ਹੋਏ ਨੇ ਵੀ ਨੇ ਉਹਨਾਂ ਦੇ ਗ੍ਰਾਮ ਸਭਾ ਦੇ, ਕਿਉਂਕਿ ਕਬਾਇਲੀ ਬਹੁਤ ਸੈਂਸਿਟਿਵ ਨੇ ਜਲ ਜੰਗਲ ਤੇ ਜ਼ਮੀਨ ਬਾਰੇ, ਕਿ ਮੇਰਾ ਇਹ ਹੈ। ਉਹਨਾਂ ਨੇ ਬਹੁਤ ਵੱਡੇ ਬੋਰਡ ਲਾਏ ਨੇ, ਮਤਲਬ ਉਹ
ਝਾਰਖੰਡ ਦੇ ਵਿੱਚ ਤਾਂ ਕੀ ਕੀਤਾ ਸੀ ਇਹਨਾਂ ਨੇ, 2014 ਚ ਬੀਜੇਪੀ ਦੀ ਗਵਰਨਮੈਂਟ ਆਈ, 2016 ਚ ਉਹਨਾਂ ਦੇ 1908 ਚ ਬਣਿਆ ਕਾਨੂੰਨ ਇੱਕ, ਉਹਦੇ ਚ ਸੋਧ ਕਰਨੀ ਸ਼ੁਰੂ ਕਰਤੀ ਕਿ ਡਾਇਰੈਕਟ ਅਸੀਂ ਜਾ ਸਕਦੇ ਹਾਂ ਉੱਥੇ, ਆਪਣੇ ਪੂੰਜੀਪਤੀ ਸਾਥੀਆਂ ਨੂੰ ਲਿਜਾ ਸਕਦੇ ਹਾਂ। ਉਹ ਬੰਦਿਆਂ ਨੇ ਫਿਰ ਇੱਕ ਮੂਵਮੈਂਟ ਪੈਦਾ ਕੀਤੀ। ਬਿਰਸਾ ਮੁੰਡਾ ਬਹੁਤ ਵੱਡਾ ਟਰਾਈਬਲ ਲੀਡਰ ਰਿਹਾ ਹੈ ਇਤਿਹਾਸ ਦੇ ਵਿੱਚ, ਵੱਡੇ ਆਦਮੀ ਦੇ ਤੌਰ ਤੇ ਜਾਣਿਆ ਜਾਂਦਾ, ਪੂਜਿਆ ਜਾਂਦਾ ਇੱਕ ਟਾਈਪ ਦਾ। ਉਹ ਸਾਰੇ ਉਹਦੇ ਅੰਦੋਲਨ ਨੂੰ ਅੱਗੇ ਵਧਾ ਕੇ ਉਹਨਾਂ ਨੇ ਬਹੁਤ ਵੱਡੇ ਵੱਡੇ ਬੋਰਡ ਲਾਏ 13 ਜ਼ਿਲ੍ਹਿਆਂ 'ਚ, ਝਾਰਖੰਡ ਦੇ ਵਿੱਚ ਲਗਭਗ 36,000 ਪਿੰਡਾਂ ਤੱਕ ਚਲੀ ਗਈ ਉਹ ਗੱਲ। ਫਿਰ ਹੌਲੀ ਹੌਲੀ ਉਹਨਾਂ ਨੇ ਲਾਇਆ ਕਿ ਅਸੀਂ ਭਾਰਤ ਦੇ ਅਸਲ ਵਾਸੀ ਹਾਂ, ਮਾਲਕ ਹਾਂ। ਅਸੀਂ ਕਿਸੇ ਰਾਸ਼ਟਰਪਤੀ ਨੂੰ ਨਹੀਂ ਜਾਣਦੇ, ਕਿਸੇ ਲੋਕ ਸਭਾ ਨੂੰ ਨਹੀਂ ਜਾਣਦੇ, ਕਿਸੇ ਵਿਧਾਨ ਸਭਾ ਨੂੰ ਨਹੀਂ ਜਾਣਦੇ, ਕਿਸੇ ਵੀ ਕਰਮਚਾਰੀ ਨੂੰ ਸਾਡੀ ਇਜਾਜ਼ਤ ਤੋਂ ਬਿਨਾਂ ਸਾਡੇ ਇਲਾਕੇ 'ਚ ਵੜਨ ਦੀ ਇਜਾਜ਼ਤ ਨਹੀਂ ਦਿਆਂਗੇ, ਔਰ ਜਿਹੜਾ ਵੜੇਗਾ ਉਹ ਆਪ ਜ਼ਿੰਮੇਵਾਰ ਹੋਏਗਾ ਆਪਣੀ ਕਿਸੇ ਵੀ ਹੋਣੇ ਦਾ। ਇਹ ਬੋਰਡ ਲੱਗੇ ਵੱਡੀ ਪੱਧਰ ਤੇ। 17 ਦੇ ਵਿੱਚ ਬੀਜੇਪੀ ਹਾਰੀ ਆ ਉੱਥੋਂ ਇਸੇ ਕਰਕੇ। ਉਦੋਂ ਬਾਅਦ ਉਹਨੇ 18 'ਚੋਂ ਕੇਸ ਵਾਪਸ, ਉਹ ਬਿੱਲ ਵਾਪਸ ਲੈ ਲਏ ਜਿਹੜੇ ਉਹ ਸੋਧ ਕਰਨਾ ਚਾਹੁੰਦੇ ਸੀਗੇ। ਉਹਨਾਂ ਗ੍ਰਾਮ ਸਭਾਵਾਂ ਨੂੰ ਇਹ ਹੱਕ ਹੈ ਇਸ ਪੱਧਰ ਦਾ ਇਹ ਕਹਿਣ ਦਾ ਵੀ ਪੰਜਾਬ 'ਚ ਤੱਕ। ਜਿਹੜੀਆਂ ਦੂਜੀਆਂ ਨੇ ਉਹਨਾਂ ਨੂੰ ਐਡਾ ਵੱਡਾ ਹੱਕ ਤਾਂ ਨਹੀਂ ਹੈ ਕਿ ਬਾਹਰ ਤੂੰ ਆਈ ਨਾ ਜਾਂ ਫਲਾਨਾ ਨਾ ਕਰੀ, ਪਰ ਆਪਣੇ ਵਿਕਾਸ ਦੇ ਟੋਟਲ ਫੈਸਲੇ ਕਰਨ ਦਾ, ਆਪਣੇ ਟੋਟਲ ਪਿੰਡਾਂ ਨਾਲ ਸੰਬੰਧਿਤ ਗ੍ਰਾਂਟਾਂ ਦਾ ਹਿਸਾਬ ਕਿਤਾਬ ਰੱਖਣ ਦਾ, ਟੋਟਲ ਲਾਭਪਾਤਰੀ ਜਿੰਨੇ ਵੀ ਉਹਨਾਂ ਨੂੰ ਰੁਜ਼ਗਾਰ ਮਿਲਣਾ ਜਾਂ ਕੋਈ ਹੋਰ ਬਾਕੀ ਦੀਆਂ ਚੀਜ਼ਾਂ ਮਿਲਣੀਆਂ ਉਹਨਾਂ ਦੀ ਨਿਸ਼ਾਨਦੇਹੀ ਕਰਨ ਦਾ, ਤੇ ਸਾਰਿਆਂ ਦੇ ਭ੍ਰਿਸ਼ਟਾਚਾਰ ਦੀ ਜਾਂਚ ਕਰਨ ਦਾ ਸੋਸ਼ਲ ਆਡਿਟ ਦੇ ਤੌਰ ਤੇ ਇਹ ਟੋਟਲ ਹੱਕ ਗ੍ਰਾਮ ਸਭਾ ਨੂੰ ਅੱਜ ਵੀ ਪਿੰਡ 'ਚ ਹੈ। ਜੇ ਸਰਪੰਚ ਪਿੰਡ ਵਿੱਚ ਗ੍ਰਾਮ ਸਭਾ ਨਾ ਕਰਵਾਏ, ਕਿ ਪਿੰਡ ਦਾ ਵਾਸੀ ਸਰਪੰਚ ਨੂੰ ਜਾ ਕੇ ਪੁੱਛ ਸਕਦਾ ਵੀ ਸਾਲ ਵਿੱਚ 2 ਵਾਰੀ ਗ੍ਰਾਮ ਸਭਾ ਕਰਵਾਉਣੀ ਲਾਜ਼ਮੀ ਹੈ, ਤੁਸੀਂ ਕਿਉਂ ਨਹੀਂ ਕਰਵਾਈ? 2 ਵਾਰੀ ਤਾਂ ਕਰਵਾਉਣੀ ਲਾਜ਼ਮੀ, ਕਿਉਂਕਿ ਫੋਟੋਆਂ ਵੀ ਜਾਂਦੀਆਂ ਨੇ, ਸਾਰਾ ਕੁਝ ਸਾਈਨ ਵਗੈਰਾ ਵੀ ਹੁੰਦੇ ਨੇ। ਜੋ ਨਹੀਂ ਕਰਵਾਉਂਦੇ ਜਾਂ ਦੱਸਦੇ ਨਹੀਂ ਉਹ ਗ੍ਰਾਮ ਸਭਾ ਹੋਈ ਹੈ ਸਰਪੰਚ, ਤਾਂ ਫਿਰ ਲੋਕ ਕੀ ਕਰਨ ਅੱਗੇ, ਜੋ ਪਿੰਡ ਦੇ ਲੋਕ ਨੇ? ਨਹੀਂ, ਵੈਸੇ ਤਾਂ ਪਿੰਡ ਦਿਆਂ ਨੂੰ ਪਤਾ ਹੀ ਹੈ ਜੇ ਗ੍ਰਾਮ ਸਭਾ ਜਦੋਂ ਨਹੀਂ ਹੋਈ ਪਿੰਡ 'ਚ ਹੀ ਹੋਣੀ ਹੈ। ਪਿੰਡ 'ਚ ਗ੍ਰਾਮ ਸਭਾ ਦਾ ਮਤਲਬ ਹੈ 1000 ਵੋਟਰ ਹੈ, 2200 ਬੰਦਾ ਬੈਠਿਆ ਨਜ਼ਰ ਆਉਂਦਾ, ਉਹ ਤਾਂ ਪਹਿਲਾਂ ਹੀ ਹੋਊਗਾ। ਪਿੰਡ ਦੇ ਨੂੰ ਤਾਂ ਪਤਾ ਹੀ ਹੈ ਵੀ ਨਹੀਂ ਹੋਈ ਪ੍ਰੈਕਟੀਕਲੀ, ਹੈ ਨਾ। ਹੁਣ ਉਹਨਾਂ ਨੂੰ ਕਰਨਾ ਇਹ ਚਾਹੀਦਾ ਵੀ ਇੱਕ ਵਾਰ ਜਾ ਕੇ ਪੁੱਛਣ ਵੀ ਭਾਈ ਪ੍ਰੈਕਟੀਕਲ ਗ੍ਰਾਮ ਸਭਾ ਕਰੋ, ਜਾਲੀ ਨਾ ਕਰੋ। ਹੁਣ ਤੋਂ ਅੱਗੇ ਤੋਂ ਆਪਾਂ ਸਾਰੇ ਬੈਠਿਆ ਕਰੀਏ। ਉਸ 'ਚ ਸਾਈਨ ਵੀ ਹੁੰਦੇ ਨੇ, ਗ੍ਰਾਮ ਸਭਾ 'ਚ ਹੁੰਦੇ ਨੇ ਬਕਾਇਦਾ, ਹਾਜ਼ਰੀ ਲੱਗਦੀ ਹੈ। ਜਦੋਂ ਤੂੰ ਜਾਂਦੇ ਨੇ ਇੰਨੇ ਬੰਦਿਆਂ ਦੀ ਹਾਜ਼ਰੀ ਹੈ, ਗ੍ਰਾਮ ਸਭਾ 'ਚ ਬੈਠੇ ਨੇ, ਫਿਰ ਕੱਲੇ ਕੱਲੇ ਮਤੇ ਤੇ ਸਾਈਨ ਵੋਟਿੰਗ ਹੁੰਦੀ ਹੈ, ਜਿਵੇਂ ਵਿਧਾਨ ਸਭਾ 'ਚ ਹੁੰਦੀ ਹੈ ਵੀ ਇੱਕ ਮਤਾ ਆ ਗਿਆ, ਮੰਨ ਲਓ ਕਿ ਸਕੂਲ 'ਚ ਪਾਣੀ ਦਾ ਪ੍ਰਬੰਧ ਕਰਨਾ ਹੈ ਜਾਂ ਪਾਣੀ ਦੇ ਆਪਣੇ ਪਿੰਡ ਦੇ ਟੋਬੇ ਦੇ ਨਿਕਾਸ ਦਾ ਪ੍ਰਬੰਧ, ਪੈਸੇ ਕਿੱਥੇ ਲੱਗਣੇ ਨੇ, ਹਾਂ, ਤੇ ਉਹ ਮਤਾ ਪੇਸ਼ ਕਰਦਾ ਕਿ ਇਹਦੇ 'ਚ ਆਪਾਂ ਨੂੰ ਆਹ ਗੱਲ ਹੈ ਜੀ, ਆਹ ਕਰਾਉਣਾ, ਦੱਸੋ ਜੀ, ਸਹਿਮਤ ਹੋ? ਜਿੱਧਰ ਬਹੁਗਿਣਤੀ ਸਹਿਮਤ ਉਹ ਮਤਾ ਪਾਸ ਹੈ, ਜੇ ਸਰਬਸੰਮਤੀ ਹੋਵੇ ਜਾਂ ਬਹੁਗਿਣਤੀ ਹੋਵੇ, ਤੇ ਜਿੱਥੇ ਬਹੁਗਿਣਤੀ ਨਹੀਂ ਉਹ ਮਤਾ ਫੇਲ ਹੈ। ਹਰ ਮਤੇ ਤੇ ਸਾਈਨ ਹੋਣੇ ਨੇ, ਹਰ ਮਤੇ ਤੇ। ਜਿਵੇਂ ਸਾਈਨ ਤਾਂ ਨਹੀਂ, ਜਿਵੇਂ ਸਪੀਕਰ ਕਹਿੰਦਾ ਨਾ ਕਿ ਮੈਂ ਸਮਝਦਾ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ, ਉਹ ਮੈਜੋਰਿਟੀ ਜਿਹੜੀ ਵੀ ਫੈਸਲਾ ਕਰੂਗੀ ਉਵੇਂ ਉਹ ਤਰੀਕਾ ਉਸ ਲੈਵਲ ਦੇ ਉੱਤੇ ਹੋ ਜਾਂਦਾ। ਸੇਮ ਉਹੀ ਪੈਟਰਨ ਹੈ। ਔਰ ਅਜੇ ਗ੍ਰਾਮ ਸਭਾਵਾਂ ਬੈਠਣ ਲੱਗਣ, ਟ੍ਰੇਨਿੰਗਾਂ ਹੋਣ, ਲੋਕਾਂ ਨੂੰ ਸੋਝੀ ਆਏ ਹੌਲੀ ਹੌਲੀ ਕਿਵੇਂ ਬੈਠਣਾ, ਕਿਵੇਂ ਫੈਸਲੇ ਕਰਨੇ ਨੇ। ਜਦ ਅਸੀਂ ਉਧਰ ਨੂੰ ਤੁਰ ਪਏ, ਗ੍ਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ, ਜਿਹੜਾ ਕਾਰਪੋਰੇਟ ਦੇ ਵਿਕਾਸ ਦਾ ਮਾਡਲ ਹੈ, ਜਿਹੜਾ ਅੰਬਾਨੀ ਅਡਾਨੀ ਦੇ ਡਰ ਨੇ, ਜਿਹੜੇ ਸਰਕਾਰਾਂ ਦੀ ਤਾਨਾਸ਼ਾਹੀ ਹੈ, ਧੱਕੇਸ਼ਾਹੀ ਹੈ, ਇਹਦਾ ਤੋੜ ਇੱਕੋ ਹੀ ਹੈ, ਗ੍ਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ। ਲੋਕ ਆਪਣੇ ਫੈਸਲੇ ਆਪ ਕਰਨ ਦੇ ਰਾਹ ਪੈਣ, ਉਸੇ ਦੇ ਵਿੱਚੋਂ ਗ੍ਰਾਮ ਸਭਾ ਪਿੰਡ ਦਾ ਫੈਸਲਾ ਕਰੇ, ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਆਪਣੇ ਕਰਨ, ਸਟੇਟਾਂ ਆਪਣੇ ਫੈਡਰਲ ਅਧਿਕਾਰ ਲਈ ਲੜਨ। ਜਿੰਨੀਆਂ ਤਾਕਤਾਂ ਵੱਡੀਆਂ ਹੋਣਗੀਆਂ, ਜਿੰਨੇ ਲੋਕਾਂ ਦਾ ਦਖਲ ਜ਼ਿਆਦਾ ਹੋਊ ਫੈਸਲੇ ਕਰਨ ਦੇ ਵਿੱਚ, ਉਨਾ ਹੀ ਕਿਸੇ ਇੱਕ ਬੰਦੇ ਦੇ ਖਿਲਾਫ ਤਾਨਾਸ਼ਾਹ ਤੇ ਕਾਰਪੋਰੇਟ ਦੇ ਖਿਲਾਫ ਲੜਿਆ ਜਾ ਸਕਦਾ, ਉਨਾ ਹੀ ਉਹਦਾ ਖਤਰਾ ਘਟ ਸਕਦਾ। ਹੋਰ ਕੋਈ ਤਰੀਕਾ ਨਹੀਂ ਹੈ ਖਤਰਾ ਘਟਾਉਣ ਦਾ। ਮੇਰਾ ਆਖਰੀ ਸਵਾਲ ਹੈ ਕਿ ਪਿੰਡ ਦੇ ਲੋਕ ਜਾਂ ਪਿੰਡ ਵਾਸੀਆਂ ਨੂੰ ਜਾਂ ਪੰਚਾਇਤ ਨੂੰ ਜਾਂ ਸਰਪੰਚ ਜਾਂ ਜਿੰਨੇ ਵੀਡੀਓ ਆਫੀਸਰ ਹੈਗੇ ਨੇ, ਜੇ ਆਪਣਾ ਸਹੀ ਤੇ ਇਮਾਨਦਾਰੀ ਨਾਲ ਕੰਮ ਕਰਨ, ਜਾਂ ਲੋਕ ਵੀ ਆਪਣੇ ਗ੍ਰਾਮ ਸਭਾ ਬੁਲਾਉਣ, ਲੋਕ ਜਾਣ, ਪੁੱਛਣ ਸਰਪੰਚ ਨੂੰ ਜਾ ਕੇ ਵੀ ਪਿੰਡ ਲਈ ਕੀ ਮਤਾ ਲੈ ਕੇ ਆਏ ਹੋ, ਕੀ ਕਰਨਾ ਪਿੰਡ ਵਾਸਤੇ, ਤਾਂ ਲੱਗਦਾ ਕਿ ਜਾਗਰੂਕਤਾ ਹੋ ਸਕਦੀ ਹੈ। ਲੋਕਾਂ ਨੂੰ ਕਿੰਨਾ ਕੁ ਜਾਣਨਾ ਜ਼ਰੂਰੀ ਹੈ ਕਿ ਗ੍ਰਾਮ ਸਭਾ ਸਾਡੇ ਵਾਸਤੇ ਕਿੰਨੀ ਲਾਜ਼ਮੀ ਹੈ? ਲੋਕਾਂ ਲਈ ਜਾਣਨਾ ਬਹੁਤ ਜ਼ਰੂਰੀ ਹੈ। ਮੈਨੂੰ ਤਾਂ ਇਹ ਲੱਗਦਾ ਕਿ ਕੋਈ ਵੀ ਬੰਦੇ ਰਲ ਕੇ ਜੇ ਮੁਹਿੰਮ ਚਲਾ ਦੇਣ ਪਿੰਡ ਪਿੰਡ ਤੇ ਦੱਸਣਾ ਸ਼ੁਰੂ ਕਰ ਦੇਣ, ਪੜ੍ਹੇ ਲਿਖੇ ਬੰਦਿਆਂ ਦੀ ਇਹ ਜ਼ਿਆਦਾ ਜ਼ਿੰਮੇਵਾਰੀ ਹੈ। ਜਿਵੇਂ ਛੁੱਟੀਆਂ ਹੁੰਦੀਆਂ ਨੇ ਨਾ, ਹੁਣ ਸਕੂਲਾਂ ਛੁੱਟੀਆਂ ਨੇ, ਜੂਨ ਦੀਆਂ ਛੁੱਟੀਆਂ ਨੇ, 1 ਲੱਖ ਗੌਰਮੈਂਟ ਟੀਚਰ ਹੈ। ਜੇ ਟੀਚਰਾਂ ਦਾ ਇੱਕ ਕੋਈ ਗਰੁੱਪ 1000-2000 ਦਾ ਇਕੱਠਾ ਹੋ ਕੇ ਕਹੇ ਵੀ ਯਾਰ ਐਤਕੀ ਦੀਆਂ ਛੁੱਟੀਆਂ ਆਪਣੀਆਂ ਗ੍ਰਾਮ ਸਭਾ ਦੇ ਲੇਖੇ, ਤੇ ਉਹ 4-4 ਦਿਨ ਹਰੇਕ ਪਿੰਡ 'ਚ ਲਾਉਂਦੇ ਜਾਣ ਤੇ ਪੂਰੇ 12000 ਪਿੰਡ 'ਚ ਜਾਣਾ ਕੋਈ ਬਹੁਤ ਔਖਾ ਕੰਮ ਹੀ ਨਹੀਂ ਹੈ। ਤੇ ਸਾਰੇ ਪਿੰਡਾਂ 'ਚ ਬਹਿ ਕੇ ਗੱਲ ਹੋ ਸਕਦੀ ਹੈ ਕਿ ਪੜ੍ਹੇ ਲਿਖੇ ਬੰਦੇ ਬੈਠ ਕੇ ਆਪਣਾ ਰੋਲ ਵੀ ਨਿਭਾਉਣਗੇ ਵੀ ਹਾਂ ਟੀਚਰ ਨੇਸ਼ਨ ਬਿਲਡਰ ਹੈ ਜੀ, ਟੀਚਰ ਵੈਸੇ ਹੈ। ਹੋਰ ਵੀ ਜਿੰਨੇ ਵੀ ਬੰਦੇ ਵੱਖ-ਵੱਖ ਸੂਬਿਆਂ ਦੇ ਰਿਟਾਇਰ ਅਫਸਰ ਵੀ ਜਾ ਸਕਦੇ ਨੇ, ਜਿਹੜੇ ਵੀ ਮਰਜ਼ੀ, ਜਿਹਨੂੰ ਵੀ ਸਮਝ ਆ ਗਈ, ਚਾਹੇ ਉਹ ਕੋਈ ਵੀ ਹੈ,
ਚਾਹੇ ਉਹ ਡਿਪਾਰਟਮੈਂਟ ਦੇ ਬੰਦੇ ਨੇ, ਕਿਸੇ ਡਿਪਾਰਟਮੈਂਟ ਦੇ ਨਹੀਂ ਹੈ, ਥੋੜ੍ਹਾ ਜਿਹਾ ਇੱਧਰ ਧਿਆਨ ਦੇਣ ਲੈਣ, ਪੜ੍ਹ ਲੈਣ, ਕਾਨੂੰਨ ਬਾਰੇ ਜਾਣਕਾਰੀ ਹਾਸਲ ਕਰ ਲੈਣ, ਦੇਖ ਲੈਣ, ਆਪਣੀ ਇੱਕ ਵਰਕਸ਼ਾਪ ਲਾ ਲੈਣ, ਇਸ ਤੋਂ ਬਾਅਦ ਪਿੰਡਾਂ 'ਚ ਨਿਕਲ ਜਾਣ। ਤਾਂ ਜੇ ਬਦਲਾਅ ਲਿਆਉਣਾ, ਜਿਹੜੀ ਆਪਾਂ ਗੱਲ ਕਰਦੇ ਬਦਲਾਅ ਦੀ ਪੋਲੀਟਿਕਸ, ਲੋਕ ਲੈ ਕੇ ਬਦਲਾਅ ਦੀ ਪੋਲੀਟਿਕਸ ਬੰਦੇ ਦੇ ਚਿਹਰੇ ਨਾਲ ਨਹੀਂ ਆਉਣੀ। ਬਦਲਾਅ ਦੀ ਪੋਲੀਟਿਕਸ ਬਦਲੇ ਹੋਏ ਕਾਨੂੰਨ ਤੇ ਬਦਲੀ ਹੋਈ ਨੀਤੀ 'ਚੋਂ ਆਉਣੀ ਹੈ। ਕਾਨੂੰਨ ਤੇ ਨੀਤੀ ਬਦਲੀ ਹੋਈ ਤਾਂ ਲਾਗੂ ਹੋਣੀ ਹੈ ਜੇ ਲੋਕਾਂ 'ਚ ਜਾਗਰੂਕਤਾ ਹੋਏਗੀ। ਤੇ ਪਹਿਲਾਂ ਆਣੇ ਤਾਂ ਸਟੇਟਸ ਕੋਇਸਟ ਹੁੰਦੇ ਨੇ, ਅਫਸਰ ਵੀ ਤੇ ਬਾਕੀ ਬੰਦੇ। ਜਦ ਲੋਕ ਬਦਲ ਗਏ ਫਿਰ ਅਫਸਰਾਂ ਨੂੰ ਵੀ ਬਦਲਣਾ ਪੈਂਦਾ, ਫਿਰ ਸਿਆਸਤਦਾਨ ਨੂੰ ਵੀ ਬਦਲਣਾ ਪੈਂਦਾ। ਇਸ ਕਰਕੇ ਡੈਮੋਕ੍ਰੇਸੀ ਹੇਠੋਂ ਚੱਲਦੀ ਹੈ, ਉੱਪਰੋਂ ਨਹੀਂ। ਹੇਠਾਂ ਜਦੋਂ ਡੈਮੋਕ੍ਰੇਸੀ ਦੀ ਬੁਨਿਆਦ ਪਰਪੱਕ ਹੋ ਜੇ, ਲੋਕਾਂ 'ਚ ਇੱਕ ਇਸ ਲੈਵਲ ਦੀ ਅਵੇਅਰਨੈਸ ਆ ਜੇ ਜਿਹਦੀ ਬਹੁਤ ਵੱਡੇ ਪੱਧਰ ਤੇ ਲੋੜ ਹੈ, ਤਾਂ ਅਸਲ ਤਬਦੀਲੀ ਉੱਥੋਂ ਸਟਾਰਟ ਹੋਏਗੀ। ਨਹੀਂ ਤਾਂ ਨਹੀਂ ਤਬਦੀਲੀ ਆਏਗੀ, ਨਹੀਂ ਉਹ ਤਬਦੀਲੀ ਦੀਆਂ ਗੱਲਾਂ ਰਹਿ ਜਾਣਗੀਆਂ ਕੇਵਲ। ਤੁਸੀਂ ਸਾਡੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਹਮੀਦ ਸਿੰਘ। ਤੁਸੀਂ ਸੁਣਿਆ ਹੋਣਾ ਗ੍ਰਾਮ ਸਭਾ ਦੇ ਮਤਿਆਂ ਬਾਰੇ, ਕਿਵੇਂ ਮਤੇ ਪਾਏ ਜਾਣੇ ਚਾਹੀਦੇ ਨੇ, ਗ੍ਰਾਮ ਸਭਾ ਦੇ ਕੀ ਕੰਮ ਨੇ। ਜੇ ਹਰ ਇੱਕ ਪਿੰਡ ਦਾ ਵਿਅਕਤੀ ਜਾਗਰੂਕ ਹੋ ਜਾਂਦਾ ਹੈ, ਉਹ ਸਾਲ ਵਿੱਚ ਜੂਨ ਤੇ ਦਸੰਬਰ ਵਿੱਚ ਗ੍ਰਾਮ ਸਭਾ 'ਚ ਹਿੱਸਾ ਲੈਂਦਾ ਹੈ, ਉਸ ਵਿੱਚ ਕਿਹੜੇ ਮਤੇ ਆਏ ਨੇ ਉਸ ਉੱਪਰ ਸਾਈਨ ਕਰਦਾ, ਸਰਪੰਚ ਕੋਲ ਜਾ ਕੇ ਪੁੱਛਦਾ, ਤਾਂ ਹੇਠਲੇ ਪੱਧਰ ਤੋਂ ਉੱਪਰ ਜਾਇਆ ਜਾ ਸਕਦਾ ਹੈ। ਇੱਕ ਡੈਮੋਕ੍ਰੇਸੀ ਦੀ ਗੱਲ ਹੁੰਦੀ ਹੈ ਜਾਂ ਲੋਕਾਂ ਦੇ ਅਧਿਕਾਰ ਦੀ ਗੱਲ ਹੁੰਦੀ ਹੈ, ਉਹ ਪਿੰਡਾਂ ਵਿੱਚੋਂ ਗ੍ਰਾਮ ਸਭਾ ਰਾਹੀਂ ਸ਼ੁਰੂਆਤ ਕੀਤੀ ਜਾ ਸਕਦੀ ਹੈ। ਪਰ ਅਹਿਮ ਸਵਾਲ ਹੈ ਕਿ ਲੋਕ ਕਿੰਨੇ ਕੁ ਜਾਗਰੂਕ ਨੇ ਗ੍ਰਾਮ ਸਭਾ ਨੂੰ ਲੈ ਕੇ, ਜਾਂ ਕਿੰਨੇ ਕੁ ਲੋਕ ਸੋਚਦੇ ਨੇ ਪਿੰਡ ਵਿੱਚ ਗ੍ਰਾਮ ਸਭਾ ਹੋਣੀ ਚਾਹੀਦੀ ਹੈ। ਸਰਪੰਚ ਨੂੰ ਸਵਾਲ ਹੋਣੇ ਚਾਹੀਦੇ ਨੇ, ਪੰਚ ਨੂੰ ਸਵਾਲ ਹੋਣੇ ਚਾਹੀਦੇ ਨੇ ਕਿ ਤੁਹਾਡੀ ਇਜਾਜ਼ਤ ਤੋਂ ਬਿਨਾਂ ਵੀ ਕੋਈ ਪਿੰਡ ਵਿੱਚ ਕੰਮ ਹੋ ਰਿਹਾ, ਤੁਸੀਂ ਉਸ ਵਾਸਤੇ ਕੀ ਕਰੋਗੇ। ਸਾਰੀ ਤੁਸੀਂ ਗੱਲਬਾਤ ਸੁਣੀ ਹੈ ਤੇ ਸਾਡੇ ਨਾਲ ਜੁੜੇ ਰਹਿਣਾ ਪੰਜਾਬ ਨਿਊਜ਼ ਦੇ ਨਾਲ। ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ ਤਾਂ ਕਿ ਦੂਜੇ ਤੱਕ ਵੀ ਜਾਣਕਾਰੀ ਪਹੁੰਚ ਸਕੇ।